ਅੱਗੇ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਨਾਲ ਜੁੜ ਰਹੇ ਨੇ ਟੋਰਾਂਟੋ ਤੋਂ ਕੁਲਵੀਰ ਜੀ। ਕੁਲਵੀਰ ਜੀ, ਤੁਹਾਡਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਹਰਪ੍ਰੀਤ ਜੀ। ਨਾਲ ਹੀ ਸਾਡੇ ਨਾਲ ਇੰਡੀਆ ਤੋਂ ਜੁੜ ਰਹੇ ਨੇ ਦਿਲਰਾਜ ਜੀ ਅਤੇ ਸਬਦੀਸ਼ ਜੀ। ਦਿਲਰਾਜ ਜੀ, ਸਬਦੀਸ਼ ਜੀ, ਤੁਹਾਡੇ ਦੋਵਾਂ ਦਾ ਸ਼ੋਅ ਵਿੱਚ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਅਗਲੀ ਜਿਹੜੀ ਅਸੀਂ ਡਿਬੇਟ ਸ਼ੁਰੂ ਕਰਨ ਜਾ ਰਹੇ ਹਾਂ ਉਹ ਵੀ ਅਸੀਂ ਇੰਡੀਆ ਤੋਂ ਹੀ ਰਿਲੇਟਡ ਇੱਕ ਕੰਸਰਨ ਆ ਜਿਹੜਾ ਅਸੀਂ ਡਿਬੇਟ ਡਿਸਕਸ ਕਰਾਂਗੇ। ਯੂਐਸ ਦਾ ਇੱਕ ਕਮਿਸ਼ਨ ਆ USCIRF, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। एक ऐसी संस्था है यूएस ਦੀ ਜੋ ਫੈਡਰਲ ਗਵਰਨਮੈਂਟ ਦੁਆਰਾ ਚਲਾਈ ਜਾ ਰਹੀ ਹੈ ਤੇ ਰਾਸ਼ਟਰਪਤੀ ਹੀ ਇਸ ਸੰਸਥਾ ਦੇ ਕਮਿਸ਼ਨਰ ਜਾਂ ਹੈਡ ਅਪਾਇੰਟ ਕਰਦਾ ਵਾ। ਇਸ ਸੰਸਥਾ ਦਾ ਕੰਮ ਇਹ ਹੈ ਕਿ ਦੂਜੇ ਮੁਲਕ ਨਾਲ ਕੰਮ ਕਰਨਾ, ਇਹ ਦੇਖਣਾ ਕਿ ਰਿਲੀਜਨ ਆਫ ਫਰੀडम ਦੂਜੇ ਮੁਲਕਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਆਪਣੇ ਰਿਲੀਜਨ ਦੀ ਫਰੀडम ਹੈ ਜਾਂ ਨਹੀਂ ਹੈ। ਇਸ ਸੰਸਥਾ ਦੁਆਰਾ ਇੱਕ ਲੰਬਾ ਦੌਰਾ ਇੰਡੀਆ ਦਾ प्लान किया गया सी जो 4 मार्च ਨੂੰ शुरू होना सी, पर इंडियन गवर्नमेंट ने इस संस्था दे जो एम्प्लॉइज ट्रैवल कर रहे सी इंडिया ਨੂੰ ਉਹਨਾਂ ਨੂੰ ਅਖੀਰ ਵਕਤ ਤੇ ਵੀਜ਼ਾ ਦੇਣ ਤੋਂ ਰਿਫਿਊਜ਼ ਕਰਤਾ। ਸਫਾਈਆਂ ਇਹ ਦਿੱਤੀਆਂ ਜਾ ਰਹੀਆਂ ਨੇ ਕਿ यूएस ਦਾ ਇਹ ਡਿਪਾਰਟਮੈਂਟ ਨਹੀਂ यूएस ਦਾ ਕੋਈ ਡਿਪਾਰਟਮੈਂਟ यूएस ਦਾ ਇਹ ਡਿਪਾਰਟਮੈਂਟ डिसाइड नहीं कर सकता कि इंडिया ਵਿੱਚ रिलीजियस फ्रीडम है कि नहीं है, जो कि कुछ हद तक सही भी है। पर जैसे यूएस दे ਵੱਲੋਂ देखिए कि ये यूएस ਦੀ ਉਹ ਸੰਸਥਾ ਵਾ ਜੋ यूएस ਗਵਰਨਮੈਂਟ ਨੂੰ ਇਨਪੁਟਸ ਦਿੰਦੀ ਆ। ਉਸ ਤੋਂ ਬਾਅਦ यूएस ਗਵਰਨਮੈਂਟ ਉਸ ਇਨਪੁਟ ਉੱਤੇ ਆਪਣੀ ਫੋਰਨ ਪਾਲਿਸੀਜ਼ ਡਿਸਾਈਡ ਕਰਦੀਆਂ ਨੇ। ਇਸ ਸੰਸਥਾ ਦੀ ਜੇ ਗੱਲ ਕਰੀਏ ਤਾਂ ਲਗਭਗ ਕਾਫੀ ਦੇਸ਼ਾਂ ਵਿੱਚ ਇੰਕਲੂਡਿੰਗ ਪਾਕਿਸਤਾਨ, ਚਾਈਨਾ ਵਿੱਚ ਵੀ ਇਹ ਕਈ ਵਾਰ ਜਾ ਕੇ ਆਪਣੇ ਅਭਿਆਨ पूरे करके आ चुके ने। सब तो पहला गलबात शुरू करनी चाहूंगा कुलवीर जी। तो कुलवीर जी की कहना चाहोगे अपने ओपनिंग कमेंट्स? ਹਰਪ੍ਰੀਤ ਜੀ, ਇਹਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੋਨੋਂ ਤਰੀਕੇ ਨਾਲ ਦੇਖਿਆ ਜਾ ਸਕਦਾ ਕਿ ਇੱਕ ਤੇ ਇਹ ਗੱਲ ਦੇ ਨਾਲ ਮੈਂ ਵੀ ਸਹਿਮਤ ਹੈਗਾ ਕਿ ਕਿਸੇ ਦੂਸਰੀ ਕੰਟਰੀ ਨੂੰ ਕਿਸੇ ਕੰਟਰੀ ਦੇ ਵਿੱਚ ਜਾ ਕੇ ਉਹਦੇ ਬਾਰੇ ਦੱਸਣਾ ਕਿ ਇਹਦੇ ਵਿੱਚ ਹੈ ਜਾਂ ਨਹੀਂ ਹੈ, ਇਹਦਾ ਕੋਈ ਵੀ ਉਹਦੇ 'ਚ ਕੀ ਮਿਨੋਰਟੀਜ਼ ਜਾਂ ਕੀ ਧਾਰਮਿਕ ਤੌਰ 'ਤੇ ਫਰੀडम ਹੈਗੀ ਜਾਂ ਨਹੀਂ ਹੈਗੀ, ਇਹਦੇ ਵਾਸਤੇ ਉਹਦੀ ਇੰਟਰਨੈਸ਼ਨਲ ਲੈਵਲ 'ਤੇ ਰਿਪੋਰਟ ਜਿਹੜੀ ਹੈਗੀ ਆਪਾਂ ਪਬਲਿਸ਼ ਕਰਨਾ। ਜੇ ਇਹਨੂੰ ਆਪਾਂ ਸਿੱਧੇ ਤੌਰ 'ਤੇ ਦੇਖੀਏ ਤਾਂ ਐਂ ਲੱਗਦਾ ਕਿ US ਨੂੰ ਇਹ ਪਰਮਿਸ਼ਨ ਨਹੀਂ ਹੋਣੀ ਚਾਹੀਦੀ। ਪਰ ਜੇ ਆਪਾਂ ਸਿੱਧੇ ਤੌਰ 'ਤੇ ਦੇਖੀਏ ਤਾਂ ਬਹੁਤ ਸਾਰੀਆਂ ਇੰਟਰਨੈਸ਼ਨਲ ਬੋਡੀਜ਼ ਹੈਗੀਆਂ, ਬਹੁਤ ਸਾਰੀਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਨੂੰ ਦੀ ਸਟੱਡੀ ਕਰਦੀਆਂ ਰਹਿੰਦੀਆਂ। ਤੇ ਜੇ US ਦੀ ਗੱਲ ਕਰੀਏ ਆਪਾਂ, US ਦੀ ਇਹ ਜਿਹੜੀ ਬੋਡੀ ਹੈਗੀ ਆ, ਜੇ ਇਹ ਬੋਡੀ ਅਗਰ ਇੰਡੀਆ ਦੇ ਨਾਲ US ਦੇ ਰਿਲੇਸ਼ਨਸ ਦੇ ਲਈ ਜਿਹੜੇ ਇੰਡੀਆ US ਦੇ ਰਿਲੇਸ਼ਨਸ ਹੈਗੇ, ਜੇ ਉਹਨਾਂ ਦੇ ਵਿੱਚ ਬਣਨ ਦੇ ਵਿੱਚ ਜਾਂ ਜਿਹੜੀਆਂ ਉਹਨਾਂ ਦੇ ਨਾਲ ਟ੍ਰੇਡਿੰਗ ਕਰਨ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਇਹ ਸੰਬੰਧਾਂ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਜੇ US ਨੂੰ ਲੱਗਦਾ ਹੋਵੇਗਾ ਕਿ ਇਹ ਬੋਡੀ ਨੂੰ ਉੱਥੇ ਜਾਣਾ ਚਾਹੀਦਾ, ਤਦ ਹੀ ਉਹਨਾਂ ਨੇ ਇਹ ਪਲਾਨ ਕੀਤਾ ਹੋਵੇਗਾ ਤੇ ਉਹਦਾ ਕੋਈ ਵੈਲਿਡ ਰੀਜ਼ਨ ਹੋਵੇਗਾ। ਸਿਰਫ ਤੇ ਸਿਰਫ ਕਿਸੇ ਕੰਟਰੀ ਨੂੰ ਬਦਨਾਮ ਕਰਨ ਵਾਸਤੇ ਮੈਨੂੰ ਨਹੀਂ ਲੱਗਦਾ, ਜਾਂ ਕੰਟਰੀ ਦੇ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਵਾਸਤੇ ਮੈਨੂੰ ਨਹੀਂ ਲੱਗਦਾ ਇਹ ਜਿਹੜਾ ਕਮਿਸ਼ਨ ਕੰਮ ਕਰਦਾ ਹੋਵੇਗਾ। ਦੂਸਰੀ ਗੱਲ ਰਹੀ ਹੈ ਕਿ ਉਹਨਾਂ ਦਾ ਵੀਜ਼ਾ ਜੇ ਨਹੀਂ ਵੀ ਦੇਣਾ ਤਦ ਵੀ ਕਿਹੜਾ ਇੰਡੀਆ ਦੇ ਵਿੱਚ ਕੀ ਸਿਚੁਏਸ਼ਨ ਹੈਗੀ ਆ ਉਹ ਸਾਹਮਣੇ ਨਹੀਂ ਆਉਣੀ। ਉਹ ਮੀਡੀਆ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ, ਜਿਸ ਤਰ੍ਹਾਂ ਅਸੀਂ ਪਿਛਲੀ ਡਿਬੇਟ 'ਚ ਵੀ ਗੱਲ ਕੀਤੀ ਹੈ, ਉਹ ਤੇ ਸਾਹਮਣੇ ਆਈ ਹੀ ਰਹੀ ਹੈ। ਤੇ ਇਹ ਵੀ ਹੋ ਸਕਦਾ ਕਿ ਅਗਰ ਕਮਿਸ਼ਨ ਉੱਥੇ ਜਾਵੇ, ਜੋ ਉੱਥੇ ਦੀ ਐਕਚੁਅਲ ਪੋਜੀਸ਼ਨ ਹੈਗੀ ਆ ਉਹ ਜਿੰਨੀ ਮੀਡੀਆ ਦੇ ਵਿੱਚ ਖਰਾਬ ਦਿਖ ਰਹੀ ਆ ਉਹਦੇ ਤੋਂ ਬੈਟਰ ਵੀ ਦਿਖ ਸਕਦੀ ਆ। ਤੇ ਮੇਰੇ ਹਿਸਾਬ ਦੇ ਨਾਲ ਅਗਰ ਕਿਤੇ ਨਾ ਕਿਤੇ ਇੰਡੀਆ ਦੇ ਉੱਪਰ ਕੋਈ ਉਂਗਲ ਉੱਠ ਰਹੀ ਸੀ ਜਾਂ ਇੰਡੀਆ ਨੂੰ ਲੱਗ ਰਿਹਾ ਸੀਗਾ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਇੰਡੀਆ ਦੇ ਉੱਪਰ ਇਸ ਤਰ੍ਹਾਂ ਦੀ ਉਂਗਲ ਉੱਠ ਰਹੀ ਆ ਕਿ ਉੱਥੇ ਜਿਹੜੀ ਹੈਗੀ ਆ ਰਿਲੀਜੀਅਸ ਫਰੀडम ਨਹੀਂ ਹੈਗੀ, ਤੇ ਉਹਨੂੰ ਤੇ ਵੈਲਕਮ ਕਰਨਾ ਚਾਹੀਦਾ ਸੀਗਾ ਵੀ ਆਓ ਦੇਖੋ ਸਾਡੀ ਕੰਟਰੀ ਦੇ ਵਿੱਚ ਅਗਰ ਉਹ ਕੌਨਫੀਡੈਂਟ ਹੈਗੇ ਨੇ ਕਿ ਸਾਡੀ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਚੱਕਰ ਨਹੀਂ ਹੈਗਾ ਤਾਂ ਉਹਨੂੰ ਪਰਮਿਸ਼ਨ ਦੇ ਦੇਣੀ ਚਾਹੀਦੀ ਸੀ। ਪਰ ਇਹ ਬੜਾ ਅਨਫੋਰਚੂਨੇਟ ਹੈ ਕਿ ਉਹਨਾਂ ਨੂੰ ਜਿਹੜੇ ਵੀਜ਼ਾ ਜਿਹੜਾ ਹੈਗਾ ਇਸ ਕਰਕੇ ਨਹੀਂ ਦਿੱਤਾ ਗਿਆ ਕਿ ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕੰਟਰੀ 'ਚ ਆ ਕੇ ਕੋਈ ਇੱਥੇ ਚੈੱਕ ਕਰੇ। ਸਿੱਧੇ ਤੌਰ 'ਤੇ ਮੈਂ ਮੰਨ ਸਕਦਾ ਕਿ ਇਹ ਜਿਹੜੀ ਗੱਲ ਹੈਗੀ ਇੰਡੀਆ ਦੀ ਠੀਕ ਹੈਗੀ ਆ, ਪਰ ਮੇਰੇ ਹਿਸਾਬ ਨਾਲ ਅਗਰ ਇੰਡੀਆ ਦੇ ਉੱਪਰ ਉਂਗਲਾਂ ਉੱਠ ਰਹੀਆਂ ਤਾਂ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ। ਆਓ ਆ ਕੇ ਦੇਖੋ ਸਾਡੇ ਕਿੱਥੇ ਫਰੀडम ਨਹੀਂ ਹੈਗੀ, ਅਗਰ ਇੰਡੀਆ ਇੰਨਾ ਕੌਨਫੀਡੈਂਟ ਹੈਗਾ ਤਾਂ। मैं फिर तो दसदा इस संस्था का एक काम है कि देखना दूजे देशों जाके कि इतने रिलीजियस फ्रीडम धर्म अपने धर्म की प्रैक्टिस की फ्रीडम, जे तुसी धर्म चेंज करना ओदी फ्रीडम इस दूजे देशों है कि नहीं है। 1998 में इंटरनेशनल रिलीजियस फ्रीडम एक्ट के तहत इस संस्था की
ਸਥਾਪਨਾ ਕੀਤੀ ਗਈ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ, ਸਿਰਫ ਇੰਡੀਆ ਨਹੀਂ ਹੋਰ ਬਹੁਤ ਦੇਸ਼ ਨੇ ਜਿੱਥੇ ਇਹ ਸੰਸਥਾ ਜਾ ਕੇ ਕੰਮ ਕਰ ਚੁੱਕੀ ਆ। ਦਿਲਰਾਜ ਜੀ ਐਂਡ ਸਬਦੀਸ਼ ਜੀ, ਮੈਂ ਚਾਹੂੰਗਾ ਆਪਣਾ ਓਪਨਿੰਗ ਕमेंट ਜ਼ਰੂਰ ਦਿਓ ਜੀ। ਦਿਲਰਾਜ ਜੀ। ਦੇਖੋ ਹਰਪ੍ਰੀਤ ਜੀ, ਕੁਲਵੀਰ ਜੀ ਨੇ ਬਿਲਕੁਲ ਕਿਹਾ ਕਿ ਵੀਜ਼ਾ ਦੇਣਾ ਚਾਹੀਦਾ ਸੀਗਾ ਤੇ ਉਹਨਾਂ ਨੂੰ ਚੈੱਕ ਕਰਨ ਦਾ ਰਾਈਟ ਦੇਣਾ ਚਾਹੀਦਾ। ਮੈਂ ਤਾਂ ਕਹਾਂਗਾ, ਮੈਂ ਰਾਈਟ ਨਹੀਂ ਕਿਹਾ ਜੀ ਦਿਲਰਾਜ ਜੀ ਪਲੀਜ਼, ਮੈਂ ਕਿਹਾ ਕਿ ਬਣਦਾ ਤੇ ਨਹੀਂ ਹੈਗਾ, ਪਰ ਅਗਰ ਇਦਾਂ ਦੀ ਕੋਈ ਉਂਗਲ ਉੱਠ ਰਹੀ ਹੈ, ਜੇ ਕੋ ਆ ਕੇ ਦੇਖਣਾ ਚਾਹੁੰਦਾ, ਅਗਰ ਸਾਡੀ ਸਰਕਾਰ ਕੌਨਫੀਡੈਂਟ ਹੈਗੀ ਆ ਤੇ ਉਹਨੂੰ ਕੋ ਆ ਕੇ ਦੇਖੋ। ਕੌਣ ਹੈ ਉਹ, ਕੀ ਇਹਨਾਂ ਦੀ ਲੈਵਲ ਹੈ? ਉਹ ਇੰਟਰਨੈਸ਼ਨਲ ਬਾਡੀ ਬਣੀ ਹੋਈ ਹੈ ਜੀ, ਉਹ ਜਾ ਕੇ ਉਹਨਾਂ ਦਾ ਕੰਮ ਹੈ, ਉਹ ਇੱਕ ਕੰਟਰੀ, ਉਹ ਫਿਰ ਯੂਐਸ ਕੌਣ ਹੈ? ਫਿਰ ਇੰਡੀਆ ਵਾਲੇ ਯੂਐਸ ਲਈ ਬਿਜ਼ਨਸ ਕਿਉਂ ਕਰਨਾ ਚਾਹੁੰਦੇ ਯੂਐਸ ਦੇ ਨਾਲ? ਫਿਰ ਇੰਡੀਆ ਯੂਐਸ ਦੇ ਨਾਲ ਸੰਬੰਧ ਕਿਉਂ ਬਣਾਉਣਾ ਚਾਹੁੰਦਾ? ਕੌਣ ਹੈ ਯੂਐਸ? ਦਿਲਰਾਜ ਜੀ ਐਂਡ ਕੁਲਵੀਰ ਜੀ, ਤੁਸੀਂ ਇੱਥੇ ਬਹਿਸ ਸ਼ੁਰੂ ਕਰੋ, ਇੱਕ ਵਾਰ ਆਪਣੇ ਓਪਨਿੰਗ ਕमेंट ਜ਼ਰੂਰ ਦਿਓ। ਦਿਲਰਾਜ ਜੀ ਤੁਸੀਂ ਪਲੀਜ਼ ਆਪਣੇ ਓਪਨਿੰਗ ਕमेंट ਪੂਰੇ ਕਰ ਲਓ, ਉਸ ਤੋਂ ਬਾਅਦ ਸਬਦੀਸ਼ ਜੀ, ਉਸ ਤੋਂ ਬਾਅਦ ਅਸੀਂ ਡਿਬੇਟ ਸ਼ੁਰੂ ਕਰਾਂਗੇ। ਦਿਲਰਾਜ ਜੀ ਪਲੀਜ਼। ਅੱਛਾ ਜੀ, ਮੈਂ ਤੇ ਫਿਰ ਇੱਕ ਬੜਾ ਵੱਡਾ ਪ੍ਰਸ਼ਨ ਲਾਣਾ ਵਾ ਕਿ ਉਹ ਕਿਉਂ ਇੱਥੇ ਆ ਕੇ ਚੈੱਕ ਕਰਨ? ਜੇ ਇੰਡੀਆ ਨੇ ਵੀਜ਼ਾ ਰਿਫਿਊਜ਼ ਕੀਤਾ ਤੇ ਬਿਲਕੁਲ ਠੀਕ ਰਿਫਿਊਜ਼ ਕੀਤਾ, ਪਹਿਲੇ ਉਹਨਾਂ ਨੂੰ ਆਪਣਾ ਘਰ ਦੇਖਣਾ ਚਾਹੀਦਾ ਤੇ ਫਿਰ ਇੰਡੀਆ ਜਾਂ ਬਾਕੀ ਕੰਟਰੀ ਮੁੜ ਕੇ ਦੇਖਣੇ ਚਾਹੀਦੇ। ਥੈਂਕ ਯੂ ਦਿਲਰਾਜ ਜੀ। ਸਬਦੀਸ਼ ਜੀ। देखो, मैं दोनों पक्ष ने बड़ी अजीब मेरी पोजीशन बन गई कि मैनू ये लगता कि जो कुलदीप जी कहते हैं कि जो सरकार ऑनेस्टी नाल ये मानती है कि देश के विच असहनशीलता का माहौल नहीं है, तो उन्होंने ये आग्या उन्होंने दे देनी चाहिए सी कि वो भी आके इसे कन्फर्म कर लें कि साडे देश के विच सब कुछ चंगा चल रहा। ये भी एक पक्ष है। दूसरा पक्ष ये भी है कि अमरीका की ऑफिशियल बॉडी ये अधिकार रखे या ना रखे, इसका फैसला भारत सरकार ने ही करना कि असं उन्हें आग्या देनी कि नहीं देनी। दूसरा तो इस तो अगला सवाल यह है कि जो ट्रंप की चोण मुहिम के शरेआम मुसलमानों के खिलाफ प्रचार होंदा देख रहे हो अमेरिका के विच, ते ऐन उदों तुसी किसी बेगाने मुल्क के विच जाके उत्थों के रिलीजियस हालात के उत्ते टिप्पणी करनी पसंद करो या उसकी खोज पड़ताल करनी पसंद करो, तो एक अपने आप से सवाल उठने वाला मसला है। हाल की घड़ी जो यही गल कर लें कि अमेरिका के विच धर्म की की स्थिति है, तो शायद ज्यादा बेहतर गल हो। थोड़ा जा मैं एक बार फिर तो सारे पैनलिस्ट ਨੂੰ ਤੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵਾਂ, ਇਸ ਸੰਸਥਾ ਦਾ ਕੰਮ ਇਹ ਆ यूएस तो बाहर दूसरे देश जाना, उत्थे रिलीजियस फ्रीडम देखना कि उत्थों के नागरिकों को अपना रिलीजन प्रैक्टिस करने की फ्रीडम हैगी आ। जे कोई अपना धर्म कन्वर्ट करना चाहता वो कर सकता है, नहीं कर सकता, यदि फ्रीडम है या नहीं है, ओदी रिपोर्ट वापस यूएस गवर्नमेंट को देना ते उस उन्हां इनपुट्स उत्ते यूएस गवर्नमेंट अपना फॉरेन पॉलिसीज डिसाइड कर दी आ। इस संस्था ने सऊदी अरब, चाइना और बहुत सारी कंट्रीज काम किया वा। एक संस्था कोई दूजे देश की रिपोर्ट नहीं, इन्हां दा काम ये नहीं सी कि इंडिया की रिपोर्ट दवे कि इंडिया रिलीजियस फ्रीडम इंडिया है कि नहीं आ। इन्होंने बेसिकली रिपोर्ट देनी सी यूएस गवर्नमेंट नूं। दूजा जे तुसी देखो ते 2014 की जोन दी मोदी साहब ने इलेक्शन जीती है, इंटॉलरेंस देख के आपां कह के काफी डिबेट कर चुके ने, पर बाहर बैठे चाहे असी होइए चाहे बाहर बैठे दूसरे देशों के नागरिक होन, किते ना किते वो एक फील करते हैं कि इंडिया विच रिलीजियस फ्रीडम नूं खतरा वा। उस दे चलते हुए इन्होंने एक काफी लंबी इन्हां दा दौरा सी, जो इंडिया ने इन्हां जाके देखना सी कि इंडिया रिलीजियस फ्रीडम का कित्थे स्टैंड करता वा। जे ये इंडिया च आउंदे ने, इंडिया च वेखदे ने, इस इंडियन गवर्नमेंट नूं या इंडियन लोगों को की डर आ कि इंडिया में इदां दी कुछ चीज़ां ने जिहड़ियां यूनाइटेड स्टेट तो लुकाईयां जा रही ने, कि इंडिया में इदां दा कुछ हैगा वा जो असीं बाहर नहीं जान देना चाहते। कुलवीर जी, दिलराज जी और सदीश जी।
ਕੁਛ ਨਾ ਕੁਛ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ, ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਹੀ, ਸਿਧਾਂਤਕ ਤੌਰ ਤੇ ਅਗਰ ਭਾਰਤ ਨੂੰ ਲੱਗਦਾ ਕਿ US ਜਿਹੜਾ ਹੈਗਾ ਉਹਨਾਂ ਦੀ ਭਾਰਤ ਦੇ ਵਿੱਚ ਕੀ ਹੋ ਰਿਹਾ, ਰਿਲੀਜੀਅਸ ਲੈਵਲ ਤੇ ਕੀ ਹੋ ਰਿਹਾ, ਉਹਦੇ 'ਚ ਇੰਟਰਫੇਅਰ ਨਹੀਂ ਕਰ ਸਕਦਾ, ਤੇ ਮੈਂ ਉਹਦੇ ਨਾਲ ਸਹਿਮਤ ਹਾਂ। ਔਰ US ਦਾ ਜਿਹੜਾ ਕਮਿਸ਼ਨ ਹੈਗਾ ਉਹ ਭਾਰਤ ਨੂੰ ਕੋਈ ਸਿੱਖਿਆ ਦੇਣ ਲਈ ਜਾਂ ਭਾਰਤ ਨੂੰ ਕੋਈ ਉੱਥੇ ਜਾ ਕੇ ਇਹ ਚੀਜ਼ ਭਾਰਤ ਦੀ ਸਾਹਮਣੇ ਰੱਖਣ ਲਈ ਨਹੀਂ ਜਾ ਰਿਹਾ ਕਿ ਤੁਹਾਡੀ ਕੰਟਰੀ 'ਚ ਆਹ ਗਲਤ ਹੋ ਰਿਹਾ। ਉਹਨਾਂ ਦਾ ਇੱਕ ਫਾਰਮੈਟ ਉਹਨਾਂ ਨੇ ਬਣਾਇਆ ਹੋਇਆ ਕਿ ਜਦੋਂ ਵੀ ਕਿਸੇ ਕੰਟਰੀ ਦੇ ਨਾਲ ਤੋਂ ਇੱਕ ਰਿਲੇਸ਼ਨ ਬਿਲਡ ਕਰਨਾ ਤੇ ਉਸ ਕੰਟਰੀ ਦਾ ਇਹ ਪੱਖ ਵੀ ਦੇਖਣਾ ਕਿ ਉੱਥੇ ਜਿਹੜੀ ਆਜ਼ਾਦੀ ਹੈ ਜਾਂ ਨਹੀਂ ਹੈ, ਜਿਹੜੀ ਰਿਲੀਜੀਅਸ ਫਰੀडम ਹੈਗੀ ਜਾਂ ਨਹੀਂ ਹੈਗੀ। ਤੇ ਜੇ ਉਹ ਇਹ ਕੰਮ ਕਰਨਾ ਚਾਹੁੰਦੇ ਸੀਗੇ, ਔਰ ਮੈਂ ਸ਼ੁਰੂ 'ਚ ਵੀ ਕਿਹਾ ਕਿ ਅਗਰ ਕੌਨਫੀਡੈਂਸ ਇੰਡੀਆ ਸੀਗਾ ਤੇ ਉਹਨੂੰ ਦੇਣਾ ਚਾਹੀਦਾ ਸੀਗਾ। ਜੇ ਇੰਡੀਆ ਉਹਨਾਂ ਨੂੰ ਰੋਕ ਰਿਹਾ ਤੇ ਇੰਡੀਆ ਨੂੰ ਕਿਤੇ ਨਾ ਕਿਤੇ ਜ਼ਰੂਰ ਲੱਗਦਾ ਹੋਵੇਗਾ, ਕਿਉਂਕਿ ਉੱਥੇ ਇਹੋ ਜਿਹੀਆਂ ਘਟਨਾਵਾਂ ਪਿਛਲੇ ਸਮੇਂ ਦੌਰਾਨ ਹੋ ਚੁੱਕੀਆਂ ਜਿੱਥੇ ਜਿਹੜੇ ਹੈਗੇ ਆ ਦੂਜੇ ਧਰਮਾਂ ਦੇ ਲੋਕਾਂ ਨੂੰ ਮਾਰਿਆ ਕੁੱਟਿਆ ਗਿਆ, ਜਾਂ ਉਹਨਾਂ ਦਾ ਜਿਹੜਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕ੍ਰਿਸਚਨ ਹੋਣ ਕਰਕੇ ਸਾੜ ਵੀ ਦਿੱਤਾ ਗਿਆ, ਜਾਂ ਉੱਥੇ ਜਿਹੜਾ ਹੈਗਾ, ਮੈਂ ਇਹ ਨਹੀਂ ਕਹਿੰਦਾ ਕਿ ਉੱਥੇ ਆਪਣਾ ਧਰਮ ਜਿਹੜਾ ਹੈਗਾ ਪ੍ਰੈਕਟਿਸ ਕਰਨ ਦੀ ਇਜਾਜ਼ਤ ਨਹੀਂ ਹੈਗੀ। ਇੰਡੀਆ ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣਾ ਧਰਮ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੈਗੀ ਹੈ। ਸ਼ਾਇਦ ਇਸ ਪੱਖ ਦੇ ਉੱਪਰ ਇੰਡੀਆ ਜਿਹੜਾ ਹੈਗਾ ਉਹ 100% ਸ਼ੋਰ ਵੀ ਹੋਵੇ ਕਿ ਉੱਥੇ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੈਗੀ ਆ। ਪਰ ਜਿਹੜਾ ਮੀਟ ਖਾਣ ਦੇ ਉੱਪਰ, ਜਿਹੜਾ ਬੀਫ ਖਾਣ ਦੇ ਉੱਪਰ ਬੈਨ ਲੱਗਿਆ, ਉਹ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਉੱਪਰ ਇੱਕ ਕਾਲਾ ਧੱਬਾ ਲੱਗ ਚੁੱਕਿਆ, ਜਿਹੜਾ ਕਿ ਜੱਗ ਜ਼ਾਹਰ ਹੈ ਕਿ ਇੰਡੀਆ ਦੇ ਵਿੱਚ ਮੁਸਲਮਾਨ ਨੂੰ ਬੀਫ ਖਾਣਾ ਜਿਹੜਾ ਅਲਾਉਡ ਨਹੀਂ ਹੈਗਾ। ਤੇ ਇੱਕ ਟੌਪਿਕ ਤੇ ਸ਼ਰੇਆਮ ਜਿਹੜਾ ਹੈਗਾ ਉਹ ਸਾਰੀ ਦੁਨੀਆ ਨੂੰ ਦਿਖ ਰਿਹਾ ਕਿ ਇੰਡੀਆ ਨੇ ਬੀਫ ਬੈਨ ਕਰ ਦਿੱਤਾ। ਇੱਕ ਖਾਸ ਕਮਿਊਨਿਟੀ, ਇੱਕ ਖਾਸ ਧਰਮ ਜਿਹੜਾ ਹੈਗਾ, ਉਹਨੂੰ ਉਹਦੇ ਧਰਮ ਦੇ ਵਿੱਚ ਜੇ ਉਹ ਆਉਂਦਾ ਹੈ ਕਿ ਉਹ ਖਾ ਸਕਦਾ ਤੇ ਉਹਨੂੰ ਉਹ ਪ੍ਰੈਕਟਿਸ ਨਹੀਂ ਕਰਨ ਦਿੱਤੀ ਜਾ ਰਹੀ। ਤੇ ਕਿਤੇ ਨਾ ਕਿਤੇ ਜਿਹੜੀ ਰਿਲੀਜੀਅਸ ਫਰੀडम ਹੈਗੀ ਆ ਉਹਨੂੰ ਜਿਹੜਾ ਹੈਗਾ ਉਹਨੂੰ ਰੋਕਿਆ ਜਾ ਰਿਹਾ। ਉੱਥੇ ਇੱਕ ਚੀਜ਼ ਤੇ ਜਿਹੜੀ ਹੈਗੀ ਆ ਜੱਗ ਜ਼ਾਹਰ ਹੋ ਚੁੱਕੀ ਆ। ਇਸ ਕਰਕੇ ਸ਼ਾਇਦ ਇੰਡੀਆ ਜਿਹੜਾ ਹੈਗਾ ਉਹ ਨਹੀਂ ਚਾਹੁੰਦਾ ਸੀਗਾ ਕਿ ਕੋਈ ਵੀ ਕਮਿਸ਼ਨ, ਚਾਹੇ ਉਹ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋਵੇ, ਇੰਡੀਆ ਆ ਕੇ ਇਹਦੇ ਉੱਪਰ ਕੰਮ ਕਰੇ। ਇੱਕ ਜੋ ਇੰਡੀਆ ਵਿੱਚ ਕੰਮ ਕਰ ਰਹੀਆਂ ਹਿੰਦੂ ਜਥੇਬੰਦੀਆਂ ਜਾਂ ਦੂਜੀਆਂ ਜਥੇਬੰਦੀਆਂ ਨੇ ਜੋ ਕਿ ਕ੍ਰਿਸਚਨ ਧਰਮ ਤੋਂ ਰਾਬਤਾ ਨਹੀਂ ਰੱਖਦੀਆਂ, ਉਹਨਾਂ ਨੂੰ ਕਿਤੇ ਇਹ ਲੱਗਦਾ ਹੈ ਕਿ ਇਹ ਸੰਸਥਾ ਕਿਤੇ ਨਾ ਕਿਤੇ ਆਪਣੇ ਬੈਕਬੋਨ ਤੁਸੀਂ ਕਹਿ ਲਓ ਜਾਂ ਪਿੱਛੇ ਇਹਨਾਂ ਦੀ ਪਾਲਿਸੀ ਆ ਕ੍ਰਿਸਚਨ ਧਰਮ ਨੂੰ ਪ੍ਰਮੋਟ ਕਰਨਾ। ਜੋ ਇੰਡੀਆ ਦੇ ਵਿੱਚ ਕ੍ਰਿਸਚਨ ਮਿਸ਼ਨਰੀ ਗਰੁੱਪਸ ਨੇ ਜਾਂ ਹੋਰ ਦੂਜੇ ਗਰੁੱਪ ਜੋ ਕਿ ਕ੍ਰਿਸਚਨ ਧਰਮ ਚ ਲੋਕਾਂ ਨੂੰ ਕਨਵਰਟ ਕਰਵਾ ਰਹੇ ਨੇ, ਉਹਨਾਂ ਵੱਲੋਂ ਕਾਫੀ ਜ਼ਿਆਦਾ ਕੰਪਲੇਂਟਸ ਕੀਤੀਆਂ ਗਈਆਂ ਸੀ ਇਸ ਸੰਸਥਾ ਨੂੰ। ਖਾਸ ਕਰਕੇ ਉਹ ਰਾਜਾਂ ਬਾਰੇ, ਇੰਡੀਆ ਵਿੱਚ ਉਹ ਪ੍ਰੋਵਿੰਸ ਬਾਰੇ, ਉਹ ਸਟੇਟਾਂ ਬਾਰੇ ਜਿੱਥੇ ਐਂਟੀ ਕਨਵਰਜ਼ਨ ਲਾਅ ਵਾ। ਤੇ ਉਸ ਤੋਂ ਬਾਅਦ ਬੀਜੇਪੀ ਗਵਰਨਮੈਂਟ ਆਉਣ ਤੋਂ ਬਾਅਦ ਜੋ ਘਰ ਵਾਪਸੀ ਦਾ ਕੰਮ ਚਲਾਇਆ ਗਿਆ ਬੀਜੇਪੀ ਦੇ ਗਵਰਨਮੈਂਟ ਆਉਣ ਤੋਂ ਬਾਅਦ, ਉਸ ਤੋਂ ਬਾਅਦ ਇਹ ਸੰਸਥਾ ਨੂੰ ਕਾਫੀ ਜ਼ਿਆਦਾ ਕੰਪਲੇਂਟਸ ਆਏ ਨੇ, ਜਿਹਦੇ ਚੱਲਦੇ ਹੋਏ ਇਹ ਇੰਡੀਆ ਚ ਆ ਕੇ ਇੱਕ ਤੁਸੀਂ ਕਹਿ ਸਕਦੇ ਜੋ ਸਰਵੇ ਕਰਨਾ ਚਾਹੁੰਦੇ ਸੀ ਜਾਂ ਫਿਰ ਆਪ ਦੇਖਣਾ ਚਾਹੁੰਦੇ ਸੀ ਕਿ ਇੰਡੀਆ ਵਿੱਚ ਰਿਲੀਜੀਅਸ ਫਰੀडम ਕਿੰਨੀ ਹੈ ਜਾਂ ਕਿੰਨੀ ਨਹੀਂ ਹੈ। ਦਿਲਰਾਜ ਜੀ। ਹਰਪ੍ਰੀਤ ਜੀ, ਮੈਂ ਇੱਥੇ ਮੈਂ ਖਿਆਲ ਦਿਲਰਾਜ ਜੀ ਹਰਪ੍ਰੀਤ ਜੀ, ਮੈਂ ਇੱਥੇ ਇੱਕ ਛੋਟੀ ਜਿਹੀ ਐਡ ਕਰਨੀ ਚਾਹਾਂਗਾ। ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਇਹ ਕ੍ਰਿਸਚੈਨਿਟੀ ਜਿਹੜੀ ਹੈਗੀ ਆ ਉਹ ਇੰਡੀਆ ਦੇ ਵਿੱਚ ਪ੍ਰਮੋਟ ਕਰਨਗੇ। ਜੇ ਆਪਾਂ ਕ੍ਰਿਸਚੈਨਿਟੀ ਦੀ ਪ੍ਰਮੋਟ ਕਰਨ ਦੀ ਗੱਲ ਕਰੀਏ, ਉਸ ਗਰੁੱਪਸ ਨੂੰ ਇਹ ਇੰਡੀਆ ਦੇ ਜਿੱਦਾਂ ਗਰੁੱਪ ਜੋ ਹਿੰਦੂ ਰਿਲੀਜਨ ਨਾਲ ਰਾਬਤਾ ਰੱਖਦੇ ਨੇ ਜਾਂ ਮੁਸਲਿਮ ਰਿਲੀਜਨ ਨਾਲ ਰਾਬਤਾ ਰੱਖਦੇ ਨੇ, ਹੋ ਸਕਦਾ ਸਿੱਖ ਰਿਲੀਜਨ ਨਾਲ ਰਾਬਤਾ ਵੀ ਰੱਖਦੇ ਹੋਣ, ਉਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਇਸ ਅਮਰੀਕਨ ਆਰਗੇਨਾਈਜੇਸ਼ਨ ਦੀ ਪਿੱਛੇ ਕਿਤੇ ਨਾ ਕਿਤੇ ਪਾਲਿਸੀ ਹੈ ਕਿ ਅਸੀਂ ਕ੍ਰਿਸਚਨ ਧਰਮ ਨੂੰ ਪ੍ਰਮੋਟ ਕਰੀਏ। ਬਿਲਕੁਲ। ਜਿਹੜੇ ਵੀ ਸਟੇਟ ਵਿੱਚ ਐਂਟੀ ਕਨਵਰਜ਼ਨ, ਜਿਹੜੇ ਵੀ ਸਟੇਟ ਵਿੱਚ ਤੁਸੀਂ ਧਰਮ ਕਨਵਰਟ ਨਹੀਂ ਕਰ ਸਕਦੇ, ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਉਹ ਲਾਜ਼ ਇੰਟਰੋਡਿਊਸ ਕਰਵਾਈਏ। ਹਰਪ੍ਰੀਤ ਜੀ, ਗੱਲ ਹੈ ਕਿ ਇੱਦਾਂ ਵੀ ਜੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਬਾਹਰੋਂ ਆ ਕੇ ਕ੍ਰਿਸਚੈਨਿਟੀ ਨੂੰ ਉੱਥੇ ਪ੍ਰਮੋਟ ਕਰਦਾ ਹੈਗਾ ਜਾਂ ਕੋਈ ਨਾ ਕੋਈ ਇਹੋ ਜਿਹਾ ਉਹ ਕੌਨਸਪੀਰੈਂਸੀ ਕਰਦਾ ਹੈਗਾ ਕਿ ਉੱਥੇ ਕ੍ਰਿਸਚੈਨਿਟੀ ਨੂੰ ਜਿਹੜਾ ਵਧਾਵਾ ਮਿਲ ਸਕਦਾ ਜਾਂ ਪਾਪੂਲਰ ਹੋ ਸਕਦੀ ਜਾਂ ਲੋਕ ਉਹਨੂੰ ਪਸੰਦ ਕਰਨ ਲੱਗ ਪੈਣਗੇ, ਤਾਂ ਇੰਡੀਆ ਦੇ ਵਿੱਚ ਆਲਰੇਡੀ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ, ਜਿਹੜੀਆਂ ਕ੍ਰਿਸਚਨ ਆਰਗੇਨਾਈਜੇਸ਼ਨ ਹੈਗੀਆਂ, ਫਿਰ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਦੇਣਾ ਚਾਹੀਦਾ। ਫਿਰ ਤਾਂ
CMC ਜਿਹੜਾ ਸਭ ਤੋਂ ਵੱਡੇ ਕ੍ਰਿਸਚੀਅਨ ਮੈਡੀਕਲ ਕਾਲਜ ਆਪਾਂ ਪੰਜਾਬ ਦੀ ਗੱਲ ਕਰੀਏ, ਮੇਰਾ ਖਿਆਲ ਆ ਉਸ ਤੋਂ ਵੱਡੀ ਕੋਈ ਸੰਸਥਾ ਹੀ ਨਹੀਂ ਹੈਗੀ ਉੱਥੇ। ਜੇ ਇਸ ਤਰ੍ਹਾਂ ਦੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਕ੍ਰਿਸਚੀਅਨਸ ਦੇ ਸਕੂਲ ਹੈਗੇ ਨੇ ਜਿੱਥੇ ਉਹ ਆਪਣੀ ਕ੍ਰਿਸਚੀਅਨਿਟੀ ਹੀ ਪੜ੍ਹਾਉਂਦੇ ਆ, ਉੱਥੇ ਉਹ ਬਾਈਬਲ ਪੜ੍ਹਾਉਂਦੇ ਜਾਂ ਬਾਈਬਲ ਦੇ ਨਾਲ ਰਿਲੇਟਡ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ, ਫਿਰ ਉਹਨਾਂ ਦੇ ਉੱਪਰ ਐਕਸ਼ਨ ਕਿਉਂ ਨਹੀਂ ਆਉਂਦਾ? ਇਹਨਾਂ ਨੂੰ ਬਾਹਰੋਂ ਆਈ ਕਿਸੇ ਇੱਕ ਸੰਸਥਾ ਤੋਂ ਕਿਉਂ ਇੰਨਾ ਡਰ ਲੱਗਦਾ ਕਿ ਉਹ ਆਊਗੀ ਤੇ ਇੱਕਦਮ ਜਿਹੜਾ ਹੈਗੇ ਕ੍ਰਿਸਚੀਅਨਿਟੀ ਵਧਾ ਦੇਣਗੇ ਜਾਂ ਕਨਵਰਟ ਕਰ ਦੇਣਗੇ ਜਾਂ ਕੋਈ ਲਾਅ ਚੇਂਜ ਕਰਵਾ ਦੇਣਗੇ, ਜਦ ਇੰਡੀਆ ਦੇ ਵਿੱਚ ਆਲਰੇਡੀ ਜੇ ਆਪਾਂ ਮਦਰ ਟੈਰੇਸਾ ਦੀ ਵੀ ਗੱਲ ਕਰੀਏ, ਜੇ ਆਪਾਂ ਜਿਹੜੀਆਂ ਜਿੰਨੀਆਂ ਸੰਸਥਾਵਾਂ ਇੰਡੀਆ ਦੇ ਵਿੱਚ ਸੋਸ਼ਲ ਸਰਵਿਸ ਦੇ ਵਿੱਚ ਲੱਗੀਆਂ ਹੋਈਆਂ, ਐਜੂਕੇਸ਼ਨ ਵਿੱਚ ਲੱਗੀਆਂ ਹੋਈਆਂ, ਮੈਡੀਕਲ ਫੈਸਿਲਿਟੀਜ਼ ਵਿੱਚ ਲੱਗੀਆਂ ਹੋਈਆਂ, ਉਹਨਾਂ ਦੇ ਵਿੱਚ ਹਜ਼ਾਰਾਂ ਹੀ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਕ੍ਰਿਸਚੀਅਨ ਫੰਡਡ ਹੈਗੀਆਂ। ਅਸੀਂ ਉਹਨਾਂ ਨੂੰ ਤੇ ਇੰਡੀਆ ਵਿੱਚ ਅਸੈਪਟ ਕਰਦੇ ਹਾਂ, ਤੇ ਜੇ ਕੋਈ ਆ ਕੇ ਇਹ ਦੇਖਣਾ ਚਾਹੁੰਦਾ ਕਿ ਕੀ ਉੱਥੇ ਜਿਹੜਾ ਹੈਗਾ ਰਿਲੀਜੀਅਸ ਫਰੀडम ਹੈ ਜਾਂ ਨਹੀਂ ਹੈ, ਉਹਨੂੰ ਸਾਨੂੰ ਉਹ ਤੋਂ ਡਰ ਲੱਗਦਾ। ਰਾਜ ਜੀ, ਸਤੀਸ਼ ਜੀ, ਰਾਜ ਜੀ ਜਾਂ ਸਤੀਸ਼ ਜੀ, ਹਾਂਜੀ ਜੀ, ਮੈਂ ਇਹ ਸਮਝਦਾ ਕਿ ਇਸ ਦੇਸ਼ ਦੇ ਵਿੱਚ ਸੰਵਿਧਾਨਕ ਤੌਰ ਤੇ ਤੁਹਾਨੂੰ ਧਾਰਮਿਕ ਆਸਥਾ ਰੱਖਣ ਜਾਂ ਨਾ ਰੱਖਣ ਦੋਨਾਂ ਦਾ ਅਧਿਕਾਰ ਦਿੱਤਾ ਗਿਆ ਵਾ। ਹਿੰਦੁਸਤਾਨ ਦੇ ਸੰਵਿਧਾਨ ਚ ਨਾਸਤਿਕ ਹੋਣਾ ਵੀ ਕੋਈ ਗੁਨਾਹ ਨਹੀਂ ਹੈ, ਏਦਾਂ ਦੀ ਕੋਈ ਗੱਲ ਨਹੀਂ ਹੈ। ਇੱਥੇ ਪੂਰੀ ਇਸ ਗੱਲ ਦੀ ਸੰਵਿਧਾਨਕ ਤੌਰ ਤੇ ਹਰ ਇੱਕ ਨੂੰ ਇਹ ਮਿਲਿਆ ਹੋਇਆ ਅਧਿਕਾਰ। ਦੂਸਰੀ ਗੱਲ, ਸੰਵਿਧਾਨਕ ਤੌਰ ਤੇ ਤੁਹਾਨੂੰ ਇਹ ਵੀ ਅਧਿਕਾਰ ਹੈ ਕਿ ਜੇ ਤੁਸੀਂ ਇੱਕ ਆਸਥਾ ਛੱਡ ਕੇ ਦੂਜੀ ਆਸਥਾ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੇ ਤੇ ਵੀ ਕੋਈ ਰੋਕ ਨਹੀਂ। ਜੇ ਅੰਬੇਡਕਰ ਨੂੰ ਲੱਗਿਆ ਕਿ ਮੈਂ ਹਿੰਦੂ ਜੰਮਿਆ ਪਰ ਮੈਂ ਹਿੰਦੂ ਮਰਨਾ ਨਹੀਂ, ਤਾਂ ਉਹਨਾਂ ਨੂੰ ਇਹ ਅਧਿਕਾਰ ਸੀ ਕਿ ਉਹ ਬੋਧੀ ਬਣ ਜਾਣ ਤੇ ਉਹਨਾਂ ਦੇ ਬੋਧੀ ਬਣਨ ਉੱਤੇ ਕਾਨੂੰਨ ਨੇ ਕੋਈ ਰੋਕ ਨਹੀਂ ਲਾਈ। ਪਰ ਪ੍ਰੋਬਲਮ ਸਾਡੇ ਦੇਸ਼ ਦੇ ਵਿੱਚ ਇਹ ਹੈ ਕਿ ਜਿਹੜੀਆਂ ਹਿੰਦੂਤਵਵਾਦੀ ਜਥੇਬੰਦੀਆਂ ਨੇ ਉਹਨਾਂ ਨੂੰ ਦੋ ਵਿਦੇਸ਼ੀ ਕਹੇ ਜਾਂਦੇ ਧਰਮਾਂ ਤੋਂ ਸਖਤ ਗੁਰੇਜ਼ ਹੈ ਕਿ ਹਿੰਦੂ ਬੰਦਾ ਜਾਂ ਬੋਧੀ ਬੰਦਾ ਜਾਂ ਦਲਿਤ ਬੰਦਾ ਜੇ ਮੁਸਲਮਾਨ ਹੋ ਜਾਵੇ ਤੇ ਈਸਾਈ ਹੋ ਜਾਵੇ ਤੇ ਉਹਨਾਂ ਨੂੰ ਧਰਮ ਪਰਿਵਰਤਨ ਯਾਦ ਆ ਜਾਂਦਾ। ਸਵਾਲ ਸਾਡੇ ਸਾਹਮਣੇ ਇਹ ਹੈ, ਜੇ ਦੇਸ਼ ਦੇ ਵਿੱਚ ਆਜ਼ਾਦੀ ਹੈ ਕੋਈ ਵੀ ਧਰਮ ਸਵੀਕਾਰ ਕਰਨ ਦੀ, ਛੱਡ ਦੇਣ ਦੀ, ਦੂਸਰੇ ਚ ਕਨਵਰਟ ਹੋਣ ਦੀ, ਤਾਂ ਇਹ ਗੱਲ ਈਸਾਈਅਤ ਦੇ ਸਵਾਲ ਦੇ ਉੱਤੇ, ਇਸਲਾਮ ਦੇ ਸਵਾਲ ਦੇ ਉੱਤੇ ਵੀ ਉਂਝ ਹੀ ਅਪਲਾਈ ਹੋਣੀ ਚਾਹੀਦੀ ਹੈ ਜਿਵੇਂ ਬਾਕੀਆਂ ਦੇ ਉੱਤੇ ਆਉਂਦੀ। ਮੰਨ ਲਓ ਕੋਈ ਹਿੰਦੂ ਸਿੱਖ ਹੋ ਜਾਵੇ ਤਾਂ RSS ਉਹਨਾਂ ਰੌਲਾ ਨਹੀਂ ਪਾਉਂਦੀ, ਪਰ ਜੇ ਇੱਕ ਬੰਦਾ ਈਸਾਈ ਹੋ ਜਾਵੇ ਤੇ ਰੌਲੀ ਪੈ ਜਾਂਦੀ। ਇਹ ਮੈਂ ਕਹਾਂਗਾ ਇੱਕ ਹਿਸਾਬ ਦੀ ਅਸਹਿਣਸ਼ੀਲਤਾ ਵਾ ਦੇਸ਼ ਦੇ ਅੰਦਰ, ਖਾਸ ਕਰਕੇ ਇਹਨਾਂ ਦੋ ਧਰਮਾਂ ਦੇ ਖਿਲਾਫ, ਤੇ ਇਹਦੇ ਖਿਲਾਫ ਸਾਨੂੰ ਭਾਰਤੀਆਂ ਨੂੰ ਲੜਨਾ ਪਵੇਗਾ। ਅਮਰੀਕਾ ਇਹਦੇ ਵਿੱਚ ਸਾਡੀ ਕੋਈ ਸਿੱਧੇ ਤੌਰ ਤੇ ਹੈਲਪ ਨਹੀਂ ਕਰ ਸਕਦਾ ਤੇ ਨਾ ਸਾਨੂੰ ਉਹਦੀ ਹੈਲਪ ਚਾਹੀਦੀ ਹੈ। ਇਵਨ ਕਿ ਆਰਟੀਕਲ 25 ਇਹ ਆਰਗੇਨਾਈਜੇਸ਼ਨ ਇੰਡੀਆ ਦੇ ਆਰਟੀਕਲ 25 ਦੀ ਗੱਲ ਵੀ ਕਰਦੀ ਆ ਕਿ ਜੋ ਸਿੱਖਾਂ, ਜੈਨ ਤੇ ਬੁੱਧ ਧਰਮ ਨੂੰ ਹਿੰਦੂ ਧਰਮ ਨਾਲ ਰਿਲੇਟ ਕੀਤਾ ਗਿਆ ਵਾ, ਉਹਦੀ ਗੱਲ ਵੀ ਕਰਦੀ ਆ। ਉਹਨੂੰ ਵੀ ਉਸ ਚੀਜ਼ ਨੂੰ ਵੀ ਰਿਲੀਜੀਅਸ ਫਰੀडम ਦੇ ਅੰਦਰ ਇਨਵੈਸਟੀਗੇਟ ਕਰਨਾ ਚਾਹੁੰਦੀ ਆ। ਦਿਲਰਾਜ ਜੀ, ਦੇਖੋ ਮੈਂ ਆਰਟੀਕਲ 25 ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੂੰਗਾ। ਅਸੀਂ ਆਰਟੀਕਲ 25 ਤੇ ਕਾਫੀ ਡਿਬੇਟਸ ਕੀਤੀਆਂ ਨੇ ਤੇ ਅਸੀਂ ਆਪਾਂ ਆਰਟੀਕਲ 25 ਬਾਰੇ ਡਿਬੇਟ ਨਾ ਕਰਕੇ ਸਿਰਫ ਇਹ ਆਰਗੇਨਾਈਜੇਸ਼ਨ ਕਿਸ ਤਰ੍ਹਾਂ ਇੰਡੀਆ ਨੂੰ ਦੇਖ ਰਹੀ ਆ ਕਿ ਆਰਟੀਕਲ 25 RSS ਵੀ ਵਿਸ਼ਵ ਹਿੰਦੂ ਪਰਿਸ਼ਦ, ਇਹ ਸਾਰਾ ਚੀਜ਼ਾਂ ਇਹਨਾਂ ਦੇ ਏਜੰਡੇ 'ਚ ਹੈਗੀਆਂ ਨੇ ਜੋ ਇਸ ਆਰਗੇਨਾਈਜੇਸ਼ਨ ਦੀ ਵੈਬਸਾਈਟ ਤੋਂ ਤੁਸੀਂ ਵੀ ਜਾ ਕੇ ਆਪ ਦੇਖ ਸਕਦੇ ਹੋ। ਜੀ, ਜੇ ਇਹ ਆਰਗੇਨਾਈਜੇਸ਼ਨ ਬਣਾਈ ਹੋਈ ਹੈ US ਨੇ ਤੇ ਉਹਦੇ ਕੋਲ ਰਾਈਟ ਹੈ ਕਿਸੇ ਵੀ ਕੰਟਰੀ ਕੋਲ ਜਾ ਕੇ ਤੇ ਉੱਥੇ ਸਾਰਾ ਕੁਝ ਰਿਲੀਜੀਅਸ ਫਰੀडम ਚੈੱਕ ਕਰਨ ਦਾ, ਤੇ ਮੈਂ ਸਮਝਦਾ ਇੰਡੀਅਨ ਗਵਰਨਮੈਂਟ ਕੋਲ ਵੀ ਉਹਨੇ ਰਾਈਟ ਹੀ ਹੈਗੀ ਹੈ ਕਿ ਕਿਹਨੂੰ ਵੀਜ਼ਾ ਦੇਣਾ ਤੇ ਕਿਹਨੂੰ ਵੀਜ਼ਾ ਨਹੀਂ ਦੇਣਾ। ਜਿੱਦਾਂ ਮੋਦੀ ਨੇ ਜੇ ਪਹਿਲੇ ਜਾਣਾ ਸੀਗਾ ਅਮਰੀਕਾ ਤੇ ਉਹਨਾਂ ਨੇ ਸਟ੍ਰੇਟ ਫਾਰਵਰਡ ਉਹਦਾ ਵੀਜ਼ਾ 2001-2002 ਵਿੱਚ ਰਿਫਿਊਜ਼ ਕੀਤਾ, ਤੇ ਉਦਾਂ ਹੀ ਇੰਡੀਅਨ ਗਵਰਨਮੈਂਟ ਕੋਲ ਵੀ ਰਾਈਟ ਹੈ ਕਿ ਉਹ ਕਿਹਨੂੰ ਚਾਹੁੰਦੇ ਆ ਕਿ ਕਿਹੜਾ ਬੰਦਾ ਕੰਟਰੀ ਵਿੱਚ ਆਵੇ ਤੇ ਕਿਹੜਾ ਬੰਦਾ ਕੰਟਰੀ ਵਿੱਚ ਨਾ ਆਵੇ। ਪਹਿਲੀ ਚੀਜ਼। ਦੂਜੀ ਚੀਜ਼, ਸਰਦੀਪ ਜੀ ਨੇ ਇੱਕ ਗੱਲ ਕਹੀ ਕਿ ਜੇ ਹਿੰਦੂ ਕੋਈ ਈਸਾਈ ਬਣ ਜਾਵੇ ਤੇ ਬੜੀ ਉਹਨਾਂ ਨੂੰ ਦਿੱਕਤ ਹੁੰਦੀ ਹੈ, ਜੇ ਹਿੰਦੂ ਕੋਈ ਸਿੱਖ ਬਣ ਜਾਏ ਜਾਂ ਕੁਛ ਹੋਰ ਬਣ ਜਾਏ ਤੇ ਇੰਨੀ ਦਿੱਕਤ ਨਹੀਂ ਹੁੰਦੀ। ਮੈਂ ਸਮਝਦਾ ਕਿ ਇੱਕ ਜਿਹੜਾ ਟ੍ਰੈਂਡ ਚੱਲ ਪਿਆ ਸੀਗਾ ਕਿ ਜਿਹੜੇ ਪਿੰਡਾਂ ਦੇ ਗਰੀਬ ਬੰਦੇ ਹੈਗੇ ਆ, ਅੱਜ ਜੇ ਕੋਈ ਸਿੱਖ ਈਸਾਈ ਬਣ ਰਿਹਾ ਹੈਗਾ ਤਾਂ ਵੀ SGPC ਦੇ ਸਿੱਖ ਧਰਮ ਵਾਲਿਆਂ ਨੂੰ ਵੀ ਬੜੀ ਤਕਲੀਫ ਹੁੰਦੀ ਹੈ। ਏਦਾਂ ਦੀਆਂ ਅਨੇਕਾਂ ਡਾਕੂਮੈਂਟਰੀਆਂ ਤੁਸੀਂ TV ਤੇ ਦੇਖ ਸਕਦੇ ਹੋ। ਤੇ ਰੀਜ਼ਨ ਇੱਕ ਹੀ ਹੈ ਕਿ ਇੰਡੀਆ ਦੇ ਵਿੱਚ, ਮੈਂ ਕੋਈ ਕੁਐਸਚਨ ਮਾਰਕ ਨਹੀਂ ਪਾ ਰਿਹਾ, ਪਰ ਜੋ ਗੱਲਾਂ ਨਿਕਲ ਕੇ ਸੱਚ ਆਉਂਦੀਆਂ ਪਈਆਂ, ਤੱਥ ਨਿਕਲ ਕੇ ਸਾਹਮਣੇ ਆਉਂਦੇ ਪਏ ਹੈ
ਈਸਾਈ ਧਰਮ ਨੂੰ ਪ੍ਰਮੋਟ ਕਰਨ ਨੂੰ ਜਿਹੜੇ ਗਰੀਬ ਲੋਕ ਹੈਗੇ ਆ ਉਹਨਾਂ ਨੂੰ ਪੈਸਾ ਦਿੱਤਾ ਜਾਂਦਾ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ, ਉਹਨਾਂ ਨੂੰ ਫ੍ਰੀ ਹੈਲਥ ਕੇਅਰ ਦਿੱਤਾ ਜਾਂਦਾ, ਪਲੱਸ ਕੈਸ਼ ਪੈਸੇ ਦਿੱਤੇ ਜਾਂਦੇ ਆ। ਤੇ ਬਹੁਤੇ ਤੁਸੀਂ ਦੇਖੋਗੇ ਜਿਹੜੇ ਵੀ ਈਸਾਈ ਧਰਮ ਵਿੱਚ ਕਨਵਰਟ ਹੋਏ ਹੈਗੇ ਆ ਉਹ ਜ਼ਿਆਦਾ ਗਰੀਬ ਪਰਿਵਾਰ ਹੀ ਕਨਵਰਟ ਹੁੰਦੇ ਪਏ ਆ, ਪਿੰਡਾਂ ਦੇ ਗਰੀਬ ਜਾਂ ਸ਼ਹਿਰਾਂ ਦੇ ਗਰੀਬ ਜਾਂ ਝੁੱਗੀਆਂ ਝੋਂਪੜੀਆਂ ਵਾਲੇ ਤੇ ਜ਼ਿਆਦਾ ਉਹੀ ਹੁੰਦੇ ਪਏ ਆ। ਤੇ ਇਸ ਕਰਕੇ ਮੈਂ ਸਮਝਦਾ ਸਿਰਫ ਹਿੰਦੂ ਧਰਮ ਨੂੰ ਵੀ ਕਈ ਸਿੱਖ ਜਥੇਬੰਦੀਆਂ ਵਾ ਜਿਨ੍ਹਾਂ ਨੂੰ ਸਿੱਖਾਂ ਦੇ ਈਸਾਈ ਬਣਨ ਤੇ ਬੜਾ ਵੱਡਾ ਇੱਕ ਪ੍ਰਸ਼ਨ ਹੈਗਾ ਵਾ। ਤੇ ਬਿਲਕੁਲ ਇਹ ਤਾਂ ਇੱਕ ਬੜਾ ਸੈਂਸਿਟਿਵ ਮੈਟਰ ਹੈ, ਬੜਾ ਸੈਂਸਿਟਿਵ ਇਸ਼ੂ ਹੈਗਾ ਵਾ। ਆਉਣ ਵਾਲਾ ਟਾਈਮ ਦੱਸੇਗਾ ਕਿ ਸਰਕਾਰ ਇਹਨੂੰ ਕਿੱਦਾਂ ਲੈਂਦੀ ਹੈ। ਪਰ ਜਿਹੜਾ ਕੁਐਸਚਨ ਹੈ ਵੀਜ਼ਾ ਦੇਣ ਦਾ ਜਾਂ ਨਾ ਦੇਣ ਦਾ, ਮੈਂ ਸਰਕਾਰ ਦੇ ਨਾਲ ਬਿਲਕੁਲ ਐਗਰੀ ਹਾਂ ਤੇ ਸਰਕਾਰ ਡਿਸਾਈਡ ਕਰਦੀ ਹੈ ਕਿ ਕਿਹੜਾ ਬੰਦਾ ਇੰਡੀਆ ਦੇ ਵਿੱਚ ਆਵੇ ਕਿਹੜਾ ਨਾ ਆਵੇ। ਐਗਜ਼ੈਕਟਲੀ ਰਾਈਟ ਦਿਲਰਾਜ ਜੀ, ਇਸ ਗੱਲ ਤੋਂ ਮੈਂ ਜੀ ਪਲੀਜ਼ ਇੱਕ ਮਿੰਟ, ਦਿਲਰਾਜ ਜੀ ਦੀ ਗੱਲ ਤੋਂ ਇੱਕ ਗੱਲ ਤਾਂ ਬਹੁਤ ਕਲੀਅਰ ਹੋਊਗੀ ਕਿ ਉਹ ਅਸਲ ਦੇ ਵਿੱਚ ਉਸ ਮੁੱਦੇ ਬਾਰੇ ਕਹਿਣਾ ਕੀ ਚਾਹੁੰਦੇ ਨੇ। ਦੇਖੋ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ, ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ, ਇਹਦੇ ਬਾਰੇ ਪ੍ਰਚਾਰ ਜ਼ਰੂਰ ਹੈ, ਕਦੇ ਕੋਈ ਰਿਪੋਰਟ ਨਿਕਲ ਕੇ ਸਾਹਮਣੇ ਨਹੀਂ ਆਈ, ਇਸ ਕਰਕੇ ਮੈਂ ਇਹਦੇ ਤੇ ਬਹਿਸ ਨਹੀਂ ਕਰਨੀ ਚਾਹੁੰਦਾ। ਪਰ ਇੱਕ ਤੱਥ ਜਿਹੜਾ ਬਹੁਤ ਅਹਿਮ ਉਹਨਾਂ ਦੀ ਗੱਲਬਾਤ ਤੋਂ ਨਿਕਲ ਕੇ ਆਇਆ ਉਹ ਇਹ ਹੈ ਕਿ ਦੇਸ਼ ਦੇ ਵਿੱਚ ਖਾਸ ਕਰਕੇ ਦਲਿਤ ਭਾਈਚਾਰਾ ਬਹੁਤ ਗਰੀਬ ਹੈ ਤੇ ਗਰੀਬੀ ਦਾ ਮਾਰਿਆ ਦਲਿਤ ਭਾਈਚਾਰਾ ਜੇ ਲਾਲਚ ਦਿੱਤੇ ਵੀ ਜਾਂਦੇ ਨੇ ਤੇ ਉਸ ਲਾਲਚ ਦਾ ਸ਼ਿਕਾਰ ਹੁੰਦਾ। ਇਹਦਾ ਸਹੀ ਹੱਲ ਇਹ ਹੈ ਕਿ ਜੇ ਦੇਸ਼ ਦੇ ਵਿੱਚੋਂ ਤੁਸੀਂ ਸੱਚਮੁੱਚ ਈਸਾਈਆਂ ਦੇ ਪੱਖ 'ਚ ਕਨਵਰਜ਼ਨ ਬੰਦ ਕਰਵਾਉਣੀ ਹੈ ਤਾਂ ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਦੇਣਾ, ਦੇਸ਼ ਦੇ ਲੋਕਾਂ ਨੂੰ ਸਰਕਾਰ ਵੱਲੋਂ ਐਜੂਕੇਸ਼ਨ ਦੇਣਾ। ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਤੋਂ ਵੱਧ ਵਾਰ ਇਹ ਕਹਿ ਚੁੱਕਾ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਤੱਕ ਸਭ ਨੂੰ ਵਿੱਦਿਆ, ਸਭ ਨੂੰ ਰੁਜ਼ਗਾਰ ਨਹੀਂ ਸ਼ਾਮਲ ਕਰ ਲਿਆ ਜਾਂਦਾ, ਸਾਡੀਆਂ ਬਹੁਤ ਸਮੱਸਿਆਵਾਂ ਹੱਲ ਨਹੀਂ ਹੋਣੀਆਂ। ਉਹਦੇ 'ਚ ਧਰਮ ਦੇ ਪਰਿਵਰਤਨ ਦੀ ਸਮੱਸਿਆ ਵੀ ਸ਼ਾਮਲ ਹੈ। ਔਰ ਮੇਰੀ ਇਹ ਪੱਕੀ ਮਾਨਤਾ ਵਾ ਕਿ ਮੁੱਢਲੀ ਵਿੱਦਿਆ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਮੁਫਤ ਦਿੱਤੀ ਜਾਣੀ ਚਾਹੀਦੀ ਹੈ, ਘੱਟੋ ਘੱਟ 10+2 ਤੱਕ। ਤੇ ਉਸ ਤੋਂ ਬਾਅਦ ਜਿਵੇਂ ਯੂਨੀਵਰਸਿਟੀਆਂ ਨੂੰ ਗ੍ਰਾਂਟਸ ਕਮਿਸ਼ਨ ਵੱਲੋਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਉਹ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਫਰਦਰ ਐਜੂਕੇਸ਼ਨ ਲਈ। ਪ੍ਰਾਈਵੇਟ ਐਜੂਕੇਸ਼ਨ ਜਿੰਨੀ ਘਟਾਈ ਜਾ ਸਕੇ ਉਨੀ ਘਟਾਈ ਜਾਣੀ ਚਾਹੀਦੀ ਹੈ। ਪਰ ਗੱਲ ਸਾਡੇ ਦੇਸ਼ 'ਚ ਉਲਟੀ ਚੱਲ ਰਹੀ ਹੈ। ਪਰ ਅਸੀਂ ਇਸ਼ੂ ਨੂੰ ਮੁੜ ਕੇ ਧਾਰਮਿਕ ਬਣਾ ਕੇ ਪੇਸ਼ ਕਰਦੇ ਹਾਂ ਕਿ ਕਨਵਰਜ਼ਨ ਹੋ ਰਹੀ, ਤਾਂ ਅਸੀਂ ਇਹਨੂੰ ਇੰਝ ਕਦੇ ਫੀਲ ਨਹੀਂ ਕਰਦੇ ਕਿ ਉਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਕਿਵੇਂ ਦੂਰ ਕੀਤੇ ਜਾਣ। ਮੈਂ ਇਹਨੂੰ ਵਾਪਸ ਵੀਜ਼ੇ ਵਾਲੀ ਗੱਲ ਤੇ ਲੈ ਕੇ ਜਾਣਾ ਚਾਹੂੰਗਾ। ਜਿਹੜੀ ਹੁਣ ਪੱਖ ਦੀ ਖਬਰ ਬਣ ਰਹੀ ਆ ਉਹ ਵੀਜ਼ੇ ਨਾ ਦੇਣ ਦੇ ਕਾਰਨ ਬਣ ਰਹੀ ਆ। ਦਿਲਰਾਜ ਜੀ ਨੇ ਕਿਹਾ ਕਿ ਇੰਡੀਅਨ ਗਵਰਨਮੈਂਟ ਨੇ ਡਿਸਾਈਡ ਕਰਨਾ ਕਿਹਨੂੰ ਵੀਜ਼ਾ ਦੇਣਾ ਨਹੀਂ ਦੇਣਾ। ਬਿਲਕੁਲ ਸਹੀ ਕਹਿ ਰਹੇ ਨੇ। ਜੇ ਅਸੀਂ ਦੇਖੀਏ ਤੇ ਥੋੜੇ ਚਿਰ ਪਹਿਲਾਂ, ਅੱਜ ਤੋਂ ਕੁਝ ਸਾਲ ਪਹਿਲਾਂ ਨਰਿੰਦਰ ਮੋਦੀ ਜੀ ਨੂੰ ਵੀ ਯੂਐਸ ਦਾ ਵੀਜ਼ਾ ਨਹੀਂ ਦਿੱਤਾ ਗਿਆ ਸੀ। ਪਰ ਜੇ ਇੰਡੀਅਨ ਗਵਰਨਮੈਂਟ ਨੂੰ ਇੱਕ ਜਾਂ ਦੋ ਬੰਦਿਆਂ ਨਾਲ ਪ੍ਰੋਬਲਮ ਆ ਇਸ ਆਰਗੇਨਾਈਜੇਸ਼ਨ ਤੇ, ਇੰਡੀਅਨ ਗਵਰਨਮੈਂਟ ਉਹ ਬੰਦਿਆਂ ਦਾ ਨਾਂ ਦੱਸ ਦਿੰਦੀ। ਪਰ ਜੇ ਕੋਈ ਆਰਗੇਨਾਈਜੇਸ਼ਨ ਤੁਹਾਡੇ ਦੇਸ਼ 'ਚ ਆ ਕੇ ਕੰਮ ਕਰਨਾ ਚਾਹੁੰਦੀ ਆ, ਇੱਕ ਪਾਸੇ ਤੁਸੀਂ ਬਾਹਰ ਜਾ ਕੇ ਉੱਥੋਂ ਦੀ ਕੰਪਨੀਆਂ ਨੂੰ ਲਿਆਉਣਾ ਚਾਹੁੰਦੇ ਜੋ, ਉੱਥੋਂ ਦੇ ਲੋਕਾਂ ਨੂੰ ਲਿਆਉਣਾ ਚਾਹੁੰਦੇ ਜੋ, ਪਰ ਜੇ ਉੱਥੋਂ ਦੀ ਆਰਗੇਨਾਈਜੇਸ਼ਨ ਤੁਹਾਡੇ ਦੇਸ਼ 'ਚ ਆ ਕੇ ਕੁਝ ਸਰਵੇ ਕਰਨਾ ਚਾਹੁੰਦੀ, ਕੰਮ ਕਰਨਾ ਚਾਹੁੰਦੀ, ਦੇਖਣਾ ਚਾਹੁੰਦੀ ਆ ਕਿ ਇੰਡੀਆ 'ਚ ਰਿਲੀਜੀਅਸ ਫਰੀडम ਹੈ ਜਾਂ ਨਹੀਂ ਆ, ਤੇ ਤੁਸੀਂ ਉਹਨੂੰ ਕਿਉਂ ਵੀਜ਼ਾ ਨਹੀਂ ਦੇ ਰਹੇ ਜੋ? ਇਹਦਾ ਮਤਲਬ ਤੇ ਹੋ ਗਿਆ ਕਿਤੇ ਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਡਰ ਹੈ। ਕੁਲਵੀਰ ਜੀ। ਬਿਲਕੁਲ ਹਰਪ੍ਰੀਤ ਜੀ, ਜੇ ਆਪਾਂ ਉਹਦਾ ਪਰਪਸ ਜਿਹੜਾ ਹੈਗਾ, ਜੇ ਆਪਾਂ ਉਸ ਆਰਗੇਨਾਈਜੇਸ਼ਨ ਦਾ ਪਰਪਸ ਦੇਖੀਏ ਤਾਂ ਉਹਨਾਂ ਦਾ ਪਰਪਸ ਮੈਂ ਸ਼ੁਰੂ 'ਚ ਕਿਹਾ ਸੀ ਕਿਸੇ ਕੰਟਰੀ ਨੂੰ ਬਦਨਾਮ ਕਰਨਾ ਜਾਂ ਕਿਸੇ ਕੰਟਰੀ ਦੇ ਵਿੱਚ ਆਪਣਾ ਕੋਈ ਧਰਮ ਲਾਗੂ ਕਰਾਉਣਾ ਜਾਂ ਆਪਣਾ ਕੋਈ। ਉਹਨਾਂ ਦਾ ਪਰਪਸ ਇਹ ਸੀਗਾ ਕਿ ਹੁਣੇ ਮੋਦੀ ਜੀ ਇੱਥੋਂ ਹੋ ਕੇ ਗਏ ਨੇ, ਉਸ ਤੋਂ ਬਾਅਦ ਉਹਨਾਂ ਦੇ 32 ਜਿਹੜੇ ਲਾਅ ਮੇਕਰ ਸੀਗੇ ਉਹਨਾਂ ਨੇ ਸਵਾਲ ਉਠਾਇਆ ਸੀਗਾ ਇੰਡੀਆ ਦੇ ਵਿੱਚ ਰਿਲੀਜੀਅਸ ਫਰੀडम ਦਾ। ਉਸ ਤੋਂ ਬਾਅਦ ਜੇ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ MOU ਵੀ ਸਾਈਨ ਕਰ ਲਏ ਨੇ ਜਾਂ ਕਮਿਟਮੈਂਟਸ ਹੋਈਆਂ ਨੇ ਇੰਡੀਆ ਵਿੱਚ ਇਨਵੈਸਟ ਕਰਨ ਦੀਆਂ, ਔਰ ਉਹ US ਗਵਰਨਮੈਂਟ ਦੇ ਥਰੂ ਹੀ ਜਿਹੜਾ ਇੰਡੀਆ ਦੇ ਨਾਲ ਜਿੰਨਾ ਵੀ ਇਕਨੋਮਿਕਲ ਰਿਲੇਸ਼ਨ ਬਣੇਗਾ, ਜਿੰਨਾ ਵੀ ਜਿਹੜਾ ਆਰਥਿਕ ਤੌਰ ਤੇ ਜਿਹੜਾ ਸਮਝੌਤੇ ਹੋਣਗੇ ਉਹ ਦੋਨਾਂ ਸਰਕਾਰਾਂ ਦੇ ਹੋਣਗੇ। ਤੇ ਜੇ ਸਰਕਾਰ ਉਹਨਾਂ ਦੀ ਇਸ ਤਰ੍ਹਾਂ ਦੀਆਂ ਆਰਗੇਨਾਈਜੇਸ਼ਨਸ ਦੀ ਐਡਵਾਈਸ ਲੈਂਦੀਆਂ ਜਾਂ ਉਹ ਆਰਗੇਨਾਈਜੇਸ਼ਨ ਉਹਨਾਂ ਨੂੰ ਕੰਮ ਕਰਕੇ ਦਿੰਦੀਆਂ ਕਿ ਉਸ ਕੰਟਰੀ ਦੇ ਵਿੱਚ ਪੈਸਾ ਲਗਾਉਣਾ ਕਿੰਨਾ ਸੇਫ ਹੈ, ਹੋ ਸਕਦਾ ਇਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੋਵੇ, ਜਾਂ ਉਸ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਉਹਦੇ ਨਾਲ ਕਿੱਦਾਂ ਦੇ ਰਿਲੇਸ਼ਨ
ਰੈਗੂਲੇਸ਼ਨ ਬਣਾਉਣੇ ਨੇ ਜਾਂ ਉਹਨਾਂ ਨੇ ਟਰਮ ਐਂਡ ਕੰਡੀਸ਼ਨ ਕਿਸ ਤਰ੍ਹਾਂ ਦੀਆਂ ਰੱਖਣੀਆਂ ਨੇ ਕੰਮ ਕਰਨ ਵਾਸਤੇ। ਜੇ ਇਹੋ ਜਿਹੀ ਆਰਗੇਨਾਈਜੇਸ਼ਨ ਉਸ ਮੁੱਦੇ ਦੇ ਉੱਪਰ ਕੰਮ ਕਰ ਰਹੀ ਹੈ, ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਹੈਗੇ ਉਸ ਮੁੱਦੇ ਦੇ ਉੱਪਰ ਕੰਮ ਕਰ ਰਹੇ ਹਾਂ, ਤਾਂ ਮੇਰਾ ਖਿਆਲ ਹੈ ਕਿ ਭਾਵੇਂ ਕਿ ਸਰਕਾਰ ਦੇ ਕੋਲ, ਭਾਰਤ ਸਰਕਾਰ ਦੇ ਕੋਲ ਪੂਰਾ ਹੱਕ ਹੈ ਕਿ ਕਿਹਨੂੰ ਵੀਜ਼ਾ ਦੇਣਾ ਕਿਹਨੂੰ ਨਹੀਂ ਦੇਣਾ, ਪਰ ਅਗਰ ਤੁਸੀਂ ਚਾਹੁੰਦੇ ਹੋ ਕਿਸੇ ਕੰਟਰੀ ਦੇ ਨਾਲ ਇੱਕ ਜਿਹੜਾ ਰਿਲੇਸ਼ਨ ਜਿਹੜਾ ਹੈਗਾ ਉਹ ਹੈਲਦੀ ਰਿਲੇਸ਼ਨ ਹੋਵੇ, ਉਹਦੇ ਨਾਲ ਸਾਡਾ ਜਿਹੜਾ ਬਿਜ਼ਨਸ ਤਾਲੁਕਾਤ ਵਧਣ, ਤੇ ਜਿਹੜੀਆਂ ਉਸ ਕੰਟਰੀ ਦੀਆਂ ਅਸੀਂ ਰਿਕੁਆਇਰਮੈਂਟਸ ਹੈਗੀਆਂ ਜਾਂ ਉਹ ਕੰਟਰੀ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਆਪਣੀਆਂ ਪੂਰੀਆਂ ਕਰਨੀਆਂ ਚਾਹੁੰਦੀ ਹੈ, ਕੁਝ ਵੀ ਤੁਹਾਡੀ ਕੰਟਰੀ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਜਾਂ ਤੁਹਾਡੇ ਨਾਲ ਕੋਈ ਵੀ ਜਿਹੜਾ ਹੈਗਾ ਕਾਰੋਬਾਰੀ ਰਿਸ਼ਤਾ ਬਣਾਉਣ ਤੋਂ ਪਹਿਲਾਂ, ਤੇ ਸਾਨੂੰ ਮੇਰਾ ਖਿਆਲ ਆ ਉਹਨਾਂ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ, ਤਾਂ ਕਿ ਜਿਹੜਾ ਵੀ ਕੋਈ ਐਗਰੀਮੈਂਟ, ਜਿਹੜਾ ਵੀ ਕੋਈ ਸਮਝੌਤਾ ਦੋਨਾਂ ਦੇਸ਼ਾਂ ਦੇ ਵਿੱਚ ਹੋਵੇ, ਉਹ ਇੱਕ ਜਿਹੜਾ ਹੈਗਾ ਬਿਲਕੁਲ ਸੱਚ ਦੀ ਬੁਨਿਆਦ ਤੇ ਹੋਵੇ ਔਰ ਟਰਾਂਸਪੇਰੈਂਸੀ ਦੀ ਬੁਨਿਆਦ ਤੇ ਹੋਵੇ। ਦੇਖੋ ਇੱਕ ਹੋਰ ਮੈਂ ਨਿਊਜ਼ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ, ਇੱਕ ਹੋਰ ਐਂਗਲ ਦੇ ਕੇ ਗੱਲ ਕਰਨੀ ਚਾਹੁੰਦਾ। ਕੁਲਵੀਰ ਜੀ, ਤੁਹਾਡੀਆਂ ਗੱਲਾਂ ਸਹੀ ਨੇ ਕਿ ਜੋ ਇੱਥੇ ਪ੍ਰੈਕਟਿਸ ਨੂੰ ਹਿੰਦੁਸਤਾਨ ਦੇ ਵਿੱਚ ਦੇਖਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਦੇਖ ਲੈਣ ਦੇਣੀ ਚਾਹੀਦੀ। ਪਰ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਮਈ 1915 ਦੇ ਵਿੱਚ ਇਸੇ ਆਰਗੇਨਾਈਜੇਸ਼ਨ ਨੇ ਭਾਰਤ ਦੇ ਵਿੱਚ ਧਰਮ ਦੀ ਸੁਤੰਤਰਤਾ ਦੇ ਸਵਾਲ ਦੇ ਉੱਤੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇੱਥੇ ਆਜ਼ਾਦੀ ਦੇ ਵਿੱਚ ਕਮੀ ਹੈ। ਮੈਨੂੰ ਨਹੀਂ ਲੱਗਦਾ ਕਿ ਇੰਨੀ ਛੇਤੀ ਦੁਬਾਰਾ ਉਹਨੂੰ ਕੋਈ ਨਵੀਂ ਰਿਪੋਰਟ ਤਿਆਰ ਕਰਨ ਦੀ ਕੋਈ ਜ਼ਰੂਰਤ ਪੈ ਗਈ ਸੀ। ਜੇ ਭਾਰਤ ਸਰਕਾਰ ਉਹਨਾਂ ਨੂੰ ਰੋਕ ਰਹੀ ਹੈ ਤਾਂ ਉਹਦੇ ਪਿੱਛੇ ਭਾਰਤ ਸਰਕਾਰ ਨੂੰ ਉਹ ਰਿਪੋਰਟ ਵੀ ਨਜ਼ਰ ਆ ਰਹੀ ਹੈ, ਕਿਉਂਕਿ ਭਾਰਤ ਸਰਕਾਰ ਕਿਉਂ ਚਾਹੇਗੀ ਕਿ ਜਿਹੜੀ ਰਿਪੋਰਟ ਉਹਨਾਂ ਨੇ 1915 ਦੇ ਵਿੱਚ ਦਿੱਤੀ ਸੀ ਉੱਥੇ ਬੈਠਿਆਂ ਉਹ ਉਸੇ ਰਿਪੋਰਟ ਨੂੰ ਫਰਦਰ ਅਮੀਰ ਕਰਕੇ ਇੱਥੋਂ ਦੇ ਹਵਾਲਿਆਂ ਦੇ ਨਾਲ ਮੁੜ ਰਿਲੀਜ਼ ਕਰਨ ਤੇ ਸਾਬਤ ਕਰਨ ਦਾ ਯਤਨ ਕਰਨ ਕਿ ਭਾਰਤ ਦੇ ਵਿੱਚ ਧਾਰਮਿਕ ਸੁਤੰਤਰਤਾ ਨਹੀਂ। ਮੈਂ ਫਿਰ ਆਪਣੀ ਗੱਲ ਰਿਪੀਟ ਕਰੂੰਗਾ, ਸੰਵਿਧਾਨਕ ਤੌਰ ਤੇ ਇਦਾਂ ਦਾ ਕੋਈ ਅਧਿਕਾਰ ਨਹੀਂ, ਪਰ ਪ੍ਰੈਕਟੀਕਲੀ ਈਸਾਈਅਤ ਤੇ ਇਸਲਾਮ ਵਿਰੋਧੀ ਹਿੰਦੂਤਵਵਾਦ ਦੇਸ਼ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਵੱਧ ਰਿਹਾ ਵਾ। ਤੇ ਭਾਰਤ ਸਰਕਾਰ ਜਿਹੜੀ ਬੀਜੇਪੀ ਰਾਹੀਂ ਚਲਾਈ ਜਾ ਰਹੀ ਹੈ, ਜਿਹੜਾ RSS ਦਾ ਸਿਆਸੀ ਵਿੰਗ ਆ, ਉਹ ਬਿਲਕੁਲ ਨਹੀਂ ਚਾਹੀਦਾ ਕਿ ਬ੍ਰਾਹਮਣਵਾਦੀ, ਮਨੂਵਾਦੀ ਤੇ ਹਿੰਦੂਤਵਵਾਦੀ ਧਰਮ ਦੀ ਜਿਹੜੀਆਂ ਟੋਨਸ ਨੇ ਉਹਨਾਂ ਦੇ ਖਿਲਾਫ ਦੂਸਰੇ ਧਰਮ ਉੱਭਰ ਕੇ ਸਾਹਮਣੇ ਆਉਣ, ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨੀ। ਖਾਸ ਕਰਕੇ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੁਸਲਿਮ ਤੇ ਕ੍ਰਿਸਚਨ ਧਰਮ ਨਾਲ ਜਾਤੀਆਂ ਕਾਫੀ ਉਹਨਾਂ 'ਚ ਵਾਧਾ ਵੇਖਣ ਨੂੰ ਮਿਲਿਆ। ਦਸੰਬਰ 2014 ਦੀ ਇੱਕ ਨਿਊਜ਼ ਆਈ ਸੀ ਉੱਤਰ ਪ੍ਰਦੇਸ਼ ਤੋਂ, ਜਿੱਥੇ ਕਿ 4000 ਕ੍ਰਿਸਚਨ ਤੇ 1000 ਮੁਸਲਿਮ ਫੈਮਲੀਆਂ ਨੂੰ ਕ੍ਰਿਸਮਸ ਡੇ ਵਾਲੇ ਦਿਨ, ਇਹ ਗੱਲ ਬਹੁਤ ਜ਼ਰੂਰੀ ਆ, 4000 ਕ੍ਰਿਸਚਨ ਤੇ 1000 ਮੁਸਲਿਮ ਫੈਮਲੀਜ਼, ਲਗਭਗ 5000 ਇਨ ਟੋਟਲ, ਕ੍ਰਿਸਮਸ ਡੇ ਵਾਲੇ ਦਿਨ ਘਰ ਵਾਪਸੀ ਦੇ ਨਾਂ ਤੇ ਉਹਨਾਂ ਨੂੰ ਹਿੰਦੂ ਬਣਾਇਆ ਜਾ ਰਿਹਾ ਸੀ। 2 ਲੱਖ ਰੁਪਏ ਕ੍ਰਿਸਚਨ ਫੈਮਿਲੀ ਵਾਸਤੇ ਤੇ 5 ਲੱਖ ਰੁਪਏ ਇੱਕ ਮੁਸਲਿਮ ਵਾਸਤੇ, ਪਰ ਮੁਸਲਿਮ, ਪਰ 2 ਲੱਖ ਪਰ ਕ੍ਰਿਸਚਨ ਨੂੰ ਤੇ 5 ਲੱਖ ਪਰ ਮੁਸਲਿਮ ਨੂੰ ਦਿੱਤੇ ਜਾ ਰਹੇ ਸੀ, ਜੋ ਘਰ ਵਾਪਸੀ ਦੇ ਨਾਂ ਤੇ ਧਰਮ ਕਨਵਰਟ ਕਰ ਰਹੇ ਸੀ। ਕਿਤੇ ਨਾ ਕਿਤੇ RSS ਤੇ ਵਿਸ਼ਵ ਹਿੰਦੂ ਪਰਿਸ਼ਦ ਦਾ VHP ਦਾ ਮੋਦੀ ਜੀ ਦੀ ਪਾਵਰ ਤੋਂ ਆਉਣ ਤੋਂ ਬਾਅਦ ਜੋ ਕੰਮ ਕਰਨ ਦਾ ਸਟਾਈਲ ਸੀ, ਜਾਂ ਫਿਰ ਜੋ ਹਿੰਦੂਤਵ ਦਾ ਨਾਰੇ ਸੀ, ਹਿੰਦੂਤਵ ਦੀ ਗੱਲ ਕਰਦੇ ਸੀ, ਉਹ ਚ ਬੜਾਵਾ ਮਿਲਿਆ ਹੀ ਮਿਲਿਆ ਵਾ। ਜੇ ਸਬਦੀਪ ਜੀ ਤੁਸੀਂ ਕਹਿ ਰਹੇ ਜੋ ਕਿ ਮਈ 2015 ਦੀ ਰਿਪੋਰਟ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇੰਡੀਆ ਵਿੱਚ ਆਜ਼ਾਦੀ ਕੰਪਲੀਟਲੀ ਆਜ਼ਾਦੀ ਧਰਮ ਦੇ ਨਾਂ ਤੇ ਨਹੀਂ ਹੈਗੀ, ਤੇ ਤੁਹਾਡੀ ਗੱਲ ਨਾਲ ਸ਼ਾਇਦ ਮੈਂ ਵੀ ਐਗਰੀ ਕਰਦਾ ਵਾਂ। ਤੇ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਖਤਰਾ ਦਿਖ ਰਿਹਾ ਹੈ ਕਿ ਜਿਹੜੀ 2016 ਚ ਵੀ ਰਿਪੋਰਟ ਆਏਗੀ, ਕਿਉਂਕਿ ਹੁਣ ਜਿਹੜੀ ਉਹਨਾਂ ਦੀ ਟੀਮ ਆ ਰਹੀ ਸੀ ਉਹ ਲੰਬੇ ਸਮੇਂ ਵਾਸਤੇ ਆ ਰਹੀ ਸੀ, ਜਿਹੜੀ 2016 ਦੀ ਰਿਪੋਰਟ ਵੀ ਆਏਗੀ ਉਹ ਵੀ ਭਾਰਤ ਦੇ ਹੱਕ ਚ ਨਹੀਂ ਹੋਊਗੀ। ਉਸ ਡਰ ਕਾਰਨ ਉਹਨਾਂ ਦੇ ਵੀਜ਼ੇ ਡਿਕਲਾਈਨ ਕੀਤੇ ਗਏ। ਕੁਲਰਾਜ ਜੀ, ਕੁਲਵੀਰ ਜੀ, ਹਰਪ੍ਰੀਤ ਜੀ, ਇੱਕ ਇਹ ਵੀ ਚਾਂਸ ਹੋ ਸਕਦਾ ਸੀਗਾ ਕਿ ਜੇ ਵਾਕਿਆ ਹੀ ਉਹ ਭਾਰਤ ਨਾਲ ਜਿਹੜੇ ਕਾਰੋਬਾਰੀ ਸਬੰਧ ਆ ਉਹਨਾਂ ਦੇ ਸਬੰਧ ਵਿੱਚ ਆਪਣੀ ਉਸ ਸੰਦਰਭ ਦੇ ਵਿੱਚ ਆਪਣੀ ਰਿਪੋਰਟ ਪੇਸ਼ ਕਰਨੀ ਚਾਹੁੰਦੇ ਹੋਣ, ਤੇ ਜੇ ਇੰਡੀਆ ਦੇ ਵਿੱਚ ਕੁਝ ਚੰਗਾ ਹੋ ਰਿਹਾ ਹੁੰਦਾ, ਹੋ ਸਕਦਾ, ਕਿਉਂਕਿ ਜੇ ਆਪਾਂ ਵੱਡੇ ਇੰਸੀਡੈਂਟ ਦੇਖੀਏ ਕੁਝ ਪਿਛਲੇ ਸਮੇਂ ਦੌਰਾਨ ਨਹੀਂ ਵੀ ਹੋਏ ਨੇ, ਜੇ ਇਸ ਤਰ੍ਹਾਂ ਦਾ ਨਾ ਵੀ ਹੁੰਦਾ, ਜੇ ਹੋ ਸਕਦਾ ਕੋਈ ਚੰਗੀ ਰਿਪੋਰਟ ਵੀ ਉਹ ਦੇ ਦਿੰਦੇ, ਪਰ ਇਹ ਤਾਂ ਚਾਂਸ ਲੈਣ ਵਾਲੀ ਗੱਲ ਸੀਗੀ। ਦੂਸਰਾ, BJP ਚਾਹਵੇਗੀ ਨਹੀਂ, ਕਿਉਂਕਿ ਇਸ ਵੇਲੇ ਵਾਕਿਆ ਹੀ
ਹੀ ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਜਿਹੜਾ ਹੈਗਾ ਹਿੰਦੂਤਵ ਗਰੁੱਪਾਂ ਵੱਲੋਂ ਜਿਹੜਾ ਹੈਗਾ ਕਨਵਰਜ਼ਨ ਦਾ ਕੰਮ ਕੀਤਾ ਜਾ ਰਿਹਾ। ਔਰ ਜਿਹੜਾ ਕਿ ਕ੍ਰਿਸਚੀਅਨਟੀ ਵਿੱਚ ਮੈਂ ਨਹੀਂ ਕਹਿੰਦਾ ਕਿ ਕ੍ਰਿਸਚੀਅਨਟੀ ਵਿੱਚ ਕਨਵਰਜ਼ਨ ਨਹੀਂ ਹੁੰਦੀ। ਕ੍ਰਿਸਚੀਅਨਟੀ ਦੇ ਵੀ ਸਮਾਗਮ ਜਿਹੜੇ ਹੈਗੇ ਆ ਉਹ ਭਾਰਤ ਵਿੱਚ ਕਈ ਪਿੰਡਾਂ ਵਿੱਚ ਕਈ ਇਲਾਕਿਆਂ ਵਿੱਚ ਹੁੰਦੇ ਰਹਿੰਦੇ ਆ ਜਿੱਥੇ ਕਿ ਉਹ ਕ੍ਰਿਸਚੀਅਨ ਬਣਾਉਂਦੇ ਨੇ ਲੋਕਾਂ ਨੂੰ। ਅਤੇ ਪਿੱਛੇ ਕੁਛ ਇੱਕ ਘਟਨਾਵਾਂ ਵੀ ਸਾਹਮਣੇ ਆਈਆਂ ਕਿ ਕਿਤੇ ਕ੍ਰਿਸਚੀਅਨਟੀ ਦਾ ਕੋਈ ਸਮਾਗਮ ਚੱਲ ਰਿਹਾ ਸੀ ਜਿੱਥੇ ਕੁਝ ਲੋਕ ਕਨਵਰਟ ਹੋਣ ਜਾ ਰਹੇ ਸੀ, ਉੱਥੇ ਹਿੰਦੂ ਗਰੁੱਪਾਂ ਵੱਲੋਂ ਹਮਲਾ ਕਰਕੇ ਉਹਨਾਂ ਨੂੰ ਮਾਰਿਆ ਕੁੱਟਿਆ ਵੀ ਗਿਆ। ਜਿਹੜੇ ਲੋਕ ਹਿੰਦੂ ਧਰਮ ਛੱਡ ਕੇ ਉੱਧਰ ਜਾ ਰਹੇ ਸੀ ਉਹਨਾਂ ਨੂੰ ਵੀ ਮਾਰਿਆ ਕੁੱਟਿਆ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਸੀ। ਪਰ ਜੇ ਆਪਾਂ ਹਿੰਦੂਤਵ ਗਰੁੱਪਾਂ ਦੀ ਗੱਲ ਕਰੀਏ ਉਹ ਤਾਂ ਬਹੁਤ ਵੱਡੇ ਜਿਹੜੇ ਗਰੁੱਪ ਹੈਗੇ, ਜਿੱਦਾਂ ਤੁਸੀਂ 5000 ਦੀ ਗੱਲ ਕੀਤੀ, ਉਸ ਤੋਂ ਬਾਅਦ ਇੱਕ 20000 ਦਾ ਗਰੁੱਪ ਸੀਗਾ ਜਿਹਨੂੰ ਉਹ ਕਨਵਰਟ ਕਰਨ ਜਾ ਰਹੇ ਸੀ, ਜਿਹਨੂੰ ਗੌਰਮੈਂਟ ਨੇ ਫਿਰ ਬਾਅਦ ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਸੀ ਕਿ ਹਾਲਾਤਾਂ ਨੂੰ ਦੇਖਦੇ ਹੋਏ ਕਿ ਇਹਦਾ ਅਸਰ ਜਿਹੜਾ ਹੈਗਾ ਬੜੀ ਦੂਰ ਤੱਕ ਔਰ ਗਲਤ ਮੈਸੇਜ ਜਾਏਗਾ। ਜੇ ਗੌਰਮੈਂਟ ਨੂੰ ਪਤਾ ਹੈ ਕਿ ਇਹੋ ਜਿਹੇ ਕੰਮ ਹੁੰਦੇ ਨੇ ਉੱਥੇ, ਤੇ ਇਸੇ ਕਰਕੇ ਗੌਰਮੈਂਟ ਡਰਦੀ ਵੀ ਹੈ ਇਸ ਗੱਲ ਤੋਂ ਕਿ ਇਹੋ ਜਿਹੀ ਚੀਜ਼ ਨੂੰ ਜਿਹੜੀ ਹੈਗੀ ਆ ਇੰਟਰਨੈਸ਼ਨਲ ਲੈਵਲ ਦੇ ਉੱਪਰ ਜੇ ਕੋਈ ਰਿਪੋਰਟ ਆ ਕੇ ਐਕਸਪੋਜ਼ ਕਰ ਦਿੰਦੀ ਆ ਤਾਂ ਉਹਦਾ ਮਤਲਬ ਜਿਹੜਾ ਹੈਗਾ ਉਹ ਵੱਖਰਾ ਹੋ ਜਾਂਦਾ। ਮੀਡੀਆ ਜਿੰਨੀ ਮਰਜ਼ੀ ਰੌਲੀ ਪਾਵੇ ਉਹਨੂੰ ਸਰਕਾਰਾਂ ਜਿਹੜੀਆਂ ਹੈਗੀਆਂ ਕੰਡੈਮ ਕਰ ਸਕਦੀਆਂ, ਉਹਨੂੰ ਪੋਲੀਟੀਕਲ ਪ੍ਰੋਪੋਗੰਡਾ ਕਹਿ ਸਕਦੀਆਂ, ਉਹਨੂੰ ਪੋਲੀਟੀਕਲ ਮੋਟੀਵੇਟਡ ਬਿਆਨ ਕਹਿ ਸਕਦੀਆਂ। ਪਰ ਜਦੋਂ ਵੀ ਕੋਈ ਐਸੋਸੀਏਸ਼ਨਸ ਆ ਕੇ, ਗਰੁੱਪ ਆ ਕੇ, ਬੋਡੀਜ਼ ਆ ਕੇ ਇਸ ਤਰ੍ਹਾਂ ਦੀ ਰਿਪੋਰਟ ਦਾਇਰ ਕਰ ਦਿੰਦੀਆਂ, ਉਹਦਾ ਜਿਹੜਾ ਅਸਰ ਹੈਗਾ ਉਹ ਇੰਟਰਨੈਸ਼ਨਲ ਲੈਵਲ ਤੇ ਬਹੁਤ ਜਾਂਦਾ। ਤੇ ਸ਼ਾਇਦ ਭਾਰਤ ਵੀ ਇਸ ਵੇਲੇ ਜਿਹੜੀ ਬੀਜੇਪੀ ਸਰਕਾਰ ਹੈਗੀ, ਮੈਂ ਭਾਰਤ ਨਹੀਂ ਕਹਾਂਗਾ, ਬੀਜੇਪੀ ਸਰਕਾਰ ਜਿਹੜੀ ਹੈਗੀ ਆ, ਮੋਦੀ ਸਰਕਾਰ ਜਿਹੜੀ ਹੈਗੀ ਆ, ਉਹ ਨਹੀਂ ਚਾਹੁੰਦੀ ਆ ਕਿ ਕੋਈ ਵੀ ਬਾਹਰਲੀ ਬੋਡੀ ਆ ਕੇ ਇੰਡੀਆ ਦੇ ਵਿੱਚ ਇਸ ਵੇਲੇ ਰਿਲੀਜੀਅਸ ਤੌਰ ਤੇ ਜਾਂ ਮਾਈਨੋਰਟੀਜ਼ ਦੇ ਤੌਰ ਤੇ ਜੋ ਵੀ ਉੱਥੇ ਵਰਤਾਰਾ ਹੋ ਰਿਹਾ, ਜਿਸ ਤਰ੍ਹਾਂ ਦੇ ਵੀ ਉੱਥੇ ਦੇ ਹਾਲਾਤ ਹੈਗੇ ਨੇ, ਉਹਨਾਂ ਨੂੰ ਕੋਈ ਇੱਕ ਰਿਪੋਰਟ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਪੂਰੇ ਵਿਸ਼ਵ ਦੇ ਸਾਹਮਣੇ ਪੇਸ਼ ਕਰੇ। ਜੇ ਅਸੀਂ ਮੀਡੀਆ ਦੀ ਗੱਲ ਕਰੀਏ, ਜੇ ਮੀਡੀਆ ਦੇ ਬਿਆਨ ਉੱਤੇ, ਮੀਡੀਆ ਦੇ ਕਮੈਂਟ ਉੱਤੇ ਜਾਂ ਨਿਊਜ਼ ਦੇ ਉੱਤੇ ਅਸੀਂ ਫਰੀडम ਆਫ ਰਿਲੀਜਨ ਦੀ ਸਿਰਫ ਉੱਤੇ ਡਿਸੀਜਨ ਲੈਣਾ ਚਾਹੁੰਦੇ ਆ, ਮੇਰੇ ਖਿਆਲ ਉਹ ਠੀਕ ਨਹੀਂ ਹੋਊਗਾ। ਮੈਂ ਇਹਦੇ ਨਾਲ ਬਿਲਕੁਲ ਐਗਰੀ ਨਹੀਂ ਕਰੂੰਗਾ। ਅਸੀਂ ਸਾਰੇ ਜਾਣਦੇ ਹਾਂ ਕਿ ਮੀਡੀਆ ਵੀ ਕਿਤੇ ਨਾ ਕਿਤੇ ਬਾਇਸ ਹੁੰਦਾ ਵਾ। ਕੋਈ ਮੀਡੀਆ ਜੋ ਸਰਕਾਰ ਦੇ ਪੈਸਿਆਂ ਨਾਲ ਚੱਲਦੇ ਆ, ਹਮੇਸ਼ਾ ਹੀ ਸਰਕਾਰ ਦੀ ਵੱਲ ਦੀ ਗੱਲ ਕਰਦੇ ਆ। ਜਿਹੜੀ JNU ਦਾ ਸੈਡੇਸ਼ਨ ਵਾਲਾ ਕੇਸ ਆ, ਮੈਂ ਕੁਝ ਚੰਗੇ ਨਿਊਜ਼ ਚੈਨਲ, ਚੰਗੇ ਜੀ ਨਿਊਜ਼ ਨਾਲ ਤੇ ਅਸੀਂ ਚਲੋ ਸਾਰੇ ਹੀ ਜਾਣਦੇ ਆ ਕਿ ਉਹ ਵੀਡੀਓ ਨੂੰ ਐਡਿਟ ਕਰਕੇ ਜੀ ਨਿਊਜ਼ ਨੇ ਦਿਖਾਇਆ ਸੀ। ਮੈਂ ਅੱਜ ਵੀ ਜੀ ਨਿਊਜ਼ ਦੇ ਕੁਝ ਪ੍ਰੋਗਰਾਮ ਦੇਖ ਰਿਹਾ ਸੀ, ਮੈਂ ਅਜੇ ਵੀ ਹੈਰਾਨ ਆ, ਅਜੇ ਵੀ ਜੀ ਨਿਊਜ਼ ਕੁਝ ਲੋਕਾਂ ਨੂੰ ਬੁਲਾ ਕੇ ਇੰਟਰਵਿਊ ਕਰ ਰਹੀ ਆ। ਉਹ ਲੋਕ ਜਿਹੜੇ ਸਰੇਆਮ JNU ਦੇ ਖਿਲਾਫ ਬੋਲ ਰਹੇ ਨੇ, ਤਾਂ ਕਿ ਜਿਹੜੀ ਵੇਵ ਆ, ਹਵਾ ਵਾ, ਉਹ ਜੀ ਨਿਊਜ਼ ਨੇ ਜਿਹੜੀ ਪਹਿਲਾਂ ਹਵਾ ਬਣਾਈ ਸੀ, ਜੀ ਨਿਊਜ਼ ਨੂੰ ਉਹ TRP ਜਾਂ ਇੱਕ ਹਿੰਦੂਤਵ ਦੀ ਸਟੈਂਪ ਜੀ ਨਿਊਜ਼ ਉੱਤੇ ਨਾ ਲੱਗ ਜੇ। ਜੇ ਨਿਰਪੱਖ ਤਰੀਕੇ ਨਾਲ ਕਿਤੇ ਅਸੀਂ ਡਿਸੀਜਨ ਲੈਣਾ ਵਾ ਜਾਂ ਕਿ ਸਰਕਾਰ ਨੇ ਇਹ ਦੇਖਣਾ ਹੈ ਇਸ ਦੇਸ਼ ਵਿੱਚ ਫਰੀडम ਆਫ ਰਿਲੀਜਨ ਹੈ ਜਾਂ ਨਹੀਂ ਹੈ, ਕਿਤੇ ਨਾ ਕਿਤੇ ਕੋਈ ਇਦਾਂ ਦੀ ਆਰਗੇਨਾਈਜੇਸ਼ਨ ਜਾਂ ਕੋਈ ਹੋਰ ਆਰਗੇਨਾਈਜੇਸ਼ਨ ਜਾਂ ਜਥੇਬੰਦੀ ਜਿਹੜੀ ਕਿ ਨॉन ਬਾਇਸ ਤਰੀਕੇ ਨਾਲ ਉੱਥੇ ਜਾ ਕੇ ਕੰਮ ਕਰੇ, ਉਹਦੀ ਰਿਪੋਰਟ ਦਵੇ, ਆਈ ਥਿੰਕ ਉਹੀ ਬੈਸਟ ਪ੍ਰੈਕਟਿਸ ਹੋਊਗੀ। ਦਿਲਰਾਜ ਜੀ, ਆਈ ਥਿੰਕ ਦਿਲਰਾਜ ਜੀ ਦੀ ਮੈਨੂੰ ਲੱਗਦਾ ਕੋਈ ਟੈਕਨੀਕਲ ਪ੍ਰੋਬਲਮ ਆ ਰਹੀ ਹੈ। ਪਰ ਇੱਕ ਜੋ ਅਗਲੀ ਪੁਆਇੰਟ ਮੈਂ ਸਬਦੀਪ ਜੀ ਐਂਡ ਕੁਲਵੀਰ ਜੀ ਡਿਸਕਸ ਕਰਨਾ ਚਾਹੁੰਦਾ ਵਾਂ, ਉਹ ਇਹ ਹੈ ਕਿ ਇਸ ਤਰ੍ਹਾਂ ਬਾਹਰ ਦੀਆਂ ਜਿਹੜੀ ਫੋਰਨ ਤੋਂ ਆਰਗੇਨਾਈਜੇਸ਼ਨ ਆ ਰਹੀਆਂ ਨੇ ਉਹਨਾਂ ਨੂੰ ਰੋਕਣਾ ਕੀ ਇਹ ਸੋਲੂਸ਼ਨ ਹੈ? ਕਿਉਂਕਿ ਜੇ ਤੁਹਾਡੇ ਦੇਸ਼ ਵਿੱਚ ਧਾਰਮਿਕ ਆਜ਼ਾਦੀ ਨਹੀਂ ਆ ਤੇ ਕਿਤੇ ਨਾ ਕਿਤੇ ਤੁਸੀਂ ਹਿਊਮਨ ਰਾਈਟ ਵਾਇਓਲੇਸ਼ਨ ਤਾਂ ਕਰ ਰਹੇ ਹੋ, ਉਸ ਤੋਂ ਬਾਅਦ ਜਿਹੜੀਆਂ ਸੰਸਥਾ ਆ ਕੇ ਦੇਖਣਾ ਚਾਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਵੀ ਰੋਕ ਰਹੇ ਹੋ। ਬਿਲਕੁਲ ਹਰਪ੍ਰੀਤ ਜੀ, ਇਹ ਸੋਲੂਸ਼ਨ ਤੇ ਨਹੀਂ ਹੈਗਾ। ਮੈਂ ਤਾਂ ਪਹਿਲਾਂ ਟੋਲਰੈਂਸ ਦੇ ਮੁੱਦੇ ਤੇ ਵੀ ਗੱਲ ਕਹੀ ਸੀ, ਮੈਂ ਹੁਣ ਰਿਲੀਜੀਅਸ ਫਰੀडम ਦੇ ਮੁੱਦੇ ਤੇ ਵੀ ਕਹਾਂਗਾ ਕਿ ਬੀਜੇਪੀ ਸਰਕਾਰ ਦਾ ਜਿਹੜਾ ਇਹ ਟ੍ਰੈਂਡ ਬਣ ਗਿਆ ਕਿ ਕਿਸੇ ਨੂੰ ਕੁਝ ਬੋਲਣ ਨਹੀਂ ਦੇਣਾ, ਚਾਹੇ ਉਹ ਦੇਸ਼ ਤੋਂ ਬਾਹਰੋਂ ਬੋਲੇ, ਚਾਹੇ ਉਹ ਦੇਸ਼ ਦੇ ਅੰਦਰੋਂ ਬੋਲੇ, ਕਿਸੇ ਨੂੰ ਕੋਈ ਨਾਅਰਾ ਨਹੀਂ ਲਾਉਣ ਦੇਣਾ, ਕਿਸੇ ਨੂੰ ਉੱਥੇ ਜਿਹੜੀ ਕੋਈ ਗੱਲ ਹੀ ਨਹੀਂ ਕਰਨ ਦੇਣੀ। ਇਹ ਜਿਹੜਾ ਉਹਨਾਂ ਦਾ ਇੱਕ ਜਿਹੜਾ ਉਹਨਾਂ ਦੀ ਪ੍ਰੈਕਟਿਸ ਦਾ ਹਿੱਸਾ ਬਣ ਗਿਆ, ਡੇਲੀ ਪ੍ਰੈਕਟਿਸ ਦਾ ਹਿੱਸਾ ਬਣ ਗਿਆ ਕਿ ਜਿਹੜੀ ਜ਼ੁਬਾਨ ਜਿਹੜੀ ਲੋਕਾਂ ਦੀ ਉਹ ਬੰਦ ਰੱਖਣੀ ਹੈ, ਚਾਹੇ ਉਹ ਦੇਸ਼ ਦੇ ਹੋਣ, ਚਾਹੇ ਉਹ ਬਾਹਰੋਂ ਆ ਕੇ ਦੇਸ਼ ਦੇ ਵਿੱਚ ਕੁਝ ਦੇਖਣਾ ਚਾਹੁੰਦੇ ਹੋਣ। ਇਹ ਬਹੁਤ ਹੀ ਜਿਹੜਾ ਮਾੜਾ ਚੱਲਣ ਜਿਹੜਾ ਹੈਗਾ ਬੀਜੇਪੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਔਰ ਇਹਦਾ ਕੋਈ ਵਧੀਆ ਮੈਸੇਜ ਜਿਹੜਾ ਹੈਗਾ ਅੰਤਰਰਾਸ਼ਟਰੀ ਲੈਵਲ ਤੇ ਨਹੀਂ ਜਾਂਦਾ। ਇਹਦਾ ਮੈਸੇਜ ਇਹੀ ਜਾਂਦਾ ਕਿ ਬੀਜੇਪੀ ਸਰਕਾਰ ਜਿਹੜੀ ਕਿ ਇਸ ਵੇਲੇ ਆਪਾਂ ਕਹਿ ਪ੍ਰੋ ਹਿੰਦੂਤਵ ਜਿਹੜੀ ਬਣੀ ਹੋਈ ਹੈ, ਇਸ ਵੇਲੇ ਇੱਕ RSS ਦੇ ਏਜੰਡੇ ਦੇ ਉੱਪਰ ਕੰਮ ਕਰ ਰਹੀ ਆ ਕਿ ਉਹ ਜਿਹੜਾ ਹੈਗਾ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ, ਜਿਸ ਕੰਟਰੀ ਦੇ ਵਿੱਚ ਜਿਹੜਾ ਸਿਰਫ ਇੱਕ ਹੀ ਧਰਮ ਨਹੀਂ ਹੈਗਾ, ਜਿੱਥੇ ਕਾਫੀ ਹੋਰ ਧਰਮ ਹੈਗੇ ਨੇ, ਉਸ ਕੰਟਰੀ
ਨੂੰ ਜਿਹੜਾ ਹੈਗਾ ਹਿੰਦੂ ਰਾਸ਼ਟਰ ਦੇ ਨਾਮ ਦੇ ਉੱਪਰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ, ਘਰ ਵਾਪਸੀ ਕਰਕੇ ਜਿਹੜੇ ਕਨਵਰਜਨ ਕਰ ਰਹੀ ਆ ਹਿੰਦੂ ਧਰਮ ਦੇ ਵਿੱਚ। ਇਹੋ ਜਿਹੀਆਂ ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਨੂੰ ਉਹ ਲੁਕੋ ਵੀ ਨਹੀਂ ਸਕਦੇ। ਇਹ ਗੱਲ ਜ਼ਰੂਰ ਆ ਕਿ ਉਹ ਜਿਹੜਾ ਬਾਹਰਲਾ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਦੇਖਣ ਨਹੀਂ ਦੇਣਾ ਚਾਹੁੰਦੇ। ਇਹ ਬੇਸਿਕਲੀ ਜੇ ਮੈਂ ਗੱਲ ਕਰਾਂ ਤੇ ਇਹ ਉਹਨਾਂ ਦਾ ਇੱਕ ਡਰ ਹੈ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਬਹੁਤ ਹੀ ਗਲਤ ਮੈਸੇਜ ਚਲਾ ਜਾਵੇਗਾ। ਪਰ ਜਿਹੜੀ ਉਹ ਪ੍ਰੈਕਟਿਸ ਇਹ ਕਰਦੇ ਪਏ ਨੇ ਕਿ ਕਿਸੇ ਨੂੰ ਵੀ ਜਿਹੜਾ ਹੈਗਾ ਉਹ ਸਾਡੀ ਕੰਟਰੀ ਉੱਪਰ ਬੋਲਣ ਦਾ ਹੱਕ ਨਹੀਂ ਹੈਗਾ, ਸਾਡੀ ਕੰਟਰੀ ਨੂੰ ਦੇਖਣ ਦਾ ਹੱਕ ਨਹੀਂ ਹੈਗਾ, ਕੰਟਰੀ ਦੇ ਵਿੱਚ ਰਹਿੰਦੇ ਬੰਦਿਆਂ ਨੂੰ ਬੋਲਣ ਦਾ ਹੱਕ ਨਹੀਂ ਹੈਗਾ। ਜੋ ਵੀ ਹੱਕ ਹੈਗੇ ਨੇ ਇਸ ਵੇਲੇ ਉਹ RSS ਤੇ BJP ਦੇ ਕੋਲ ਨੇ। ਇਹ ਵੀ ਇੱਕ ਬਹੁਤ ਗਲਤ ਚਲਨ ਹੈਗਾ ਉਹਨਾਂ ਦਾ। ਇੰਡੀਆ ਦੇ ਲੋਕ ਇੰਨੇ ਵੀ ਜ਼ਿਆਦਾ ਜਿਹੜੇ ਹੈਗੇ ਆ ਉਹ ਇੱਦਾਂ ਦੀਆਂ ਧਾਰਮਿਕ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਭਾਵਨਾਵਾਂ ਹੈਗੀਆਂ ਉਹਨਾਂ ਨੂੰ ਭੜਕਾ ਕੇ ਉਹਨਾਂ ਨੂੰ ਨਾਲ ਨਹੀਂ ਜੋੜਿਆ ਜਾ ਸਕਦਾ। ਉੱਥੇ ਦੇ ਲੋਕ ਧਾਰਮਿਕ ਭਾਵਨਾਵਾਂ ਤੋਂ ਉੱਪਰ ਉੱਠ ਕੇ ਇਨਸਾਨੀ ਲੈਵਲ ਤੇ ਵੀ ਸੋਚਦੇ ਨੇ। ਔਰ ਇਹ ਚੀਜ਼ ਜਿਹੜੀ ਹੈਗੀ ਆ ਇੰਡੀਆ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਜਦੋਂ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ, ਚਾਹੇ ਉਹ ਅਵਾਰਡ ਵਾਪਸ ਕਰਨ ਨੂੰ ਲੈ ਕੇ ਹੋਵੇ, ਚਾਹੇ ਉਹ ਇੰਟੋਲਰੈਂਸ ਦੀ ਗੱਲ ਕਰਨ ਨੂੰ ਲੈ ਕੇ ਹੋਵੇ, ਚਾਹੇ ਉਹ ਘਨੱਈਆ ਦਾ ਸਾਥ ਦੇਣ ਲਈ ਹਜ਼ਾਰਾਂ ਲੱਖਾਂ ਲੋਕ ਜਿਹੜੇ ਸਾਹਮਣੇ ਆ ਚੁੱਕੇ ਨੇ ਉਹ ਹੋਵੇ। ਇਹ ਇਸੇ ਤਰੀਕੇ ਦੇ ਨਾਲ ਇੰਡੀਆ ਦੇ ਲੋਕ ਜਿਹੜੇ ਸਾਹਮਣੇ ਆ ਰਹੇ ਨੇ। ਔਰ ਇਸ ਗੱਲ ਦੇ ਉੱਪਰ BJP ਤੇ RSS ਨੂੰ ਤਕਲੀਫ ਜ਼ਰੂਰ ਹੋਵੇਗੀ ਕਿ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਪ੍ਰੋਪੋਗੈਂਡਾ ਜਿਹੜਾ ਏਜੰਡਾ ਹੈਗਾ ਉਹਦੇ 'ਚ ਫਰਕ ਪੈ ਰਿਹਾ। ਪਰ ਉਹਨਾਂ ਨੂੰ ਇਸ ਗੱਲ ਨੂੰ ਕਲੀਅਰ ਮੰਨ ਲੈਣਾ ਚਾਹੀਦਾ ਕਿ ਅੱਜ ਦੇ ਡੇਟ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਉਹ ਕਿਸੇ ਵੀ ਕੰਟਰੀ ਨੂੰ ਕਿਸੇ ਇੱਕ ਧਰਮ ਦੇ ਨਾਲ ਬੰਨ੍ਹ ਕੇ ਨਹੀਂ ਰੱਖ ਸਕਦੇ ਤੇ ਨਾ ਹੀ ਉਹ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੂੰ ਕੰਟਰੀ ਦੇ ਵਿੱਚ ਆਉਣ ਤੋਂ ਰੋਕ ਕੇ ਜਿਹੜਾ ਕੰਟਰੀ ਦਾ ਸੱਚ ਹੈਗਾ ਉਹ ਲੁਕੋ ਸਕਦੇ। ਸੱਚ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਆ ਹੀ ਜਾਣਾ ਜੀ। ਦੇਖੋ ਹਰਪ੍ਰੀਤ ਜੀ, ਮੈਂ ਇੱਥੇ ਕੁਲਵੀਰ ਜੀ ਦੀਆਂ ਕਈ ਗੱਲਾਂ ਨਾਲ ਲੱਗ ਗਈ ਨਾ, ਪਰ ਮੈਂ ਇੱਕ ਗੱਲ ਕਹਾਂਗਾ ਕਿ RSS ਦੇ ਏਜੰਡੇ ਦੇ ਨਾਲ ਮੈਂ ਉਹਦੇ ਤੇ ਕੋਈ ਕੁਐਸਚਨ ਮਾਰਕ ਨਹੀਂ ਪਾਉਂਦਾ, ਕਿਉਂਕਿ ਉਹ ਸੰਸਥਾ ਬਣੀ ਹੀ ਇਸ ਚੀਜ਼ ਲਈ ਹੈ ਕਿ ਹਿੰਦੂ ਧਰਮ ਨੂੰ ਪ੍ਰਮੋਟ ਕਰੇ। ਜਿੱਦਾਂ SGPC ਕਈ ਇਦਾਂ ਦੀਆਂ ਚੀਜ਼ਾਂ ਕਰਦਾ ਹੈ, ਸਿੱਖੀਜ਼ਮ ਨੂੰ ਪ੍ਰਮੋਟ ਕਰਦਾ, ਜਾਂ ਈਸਾਈ ਧਰਮ ਕਈ ਇਦਾਂ ਦੀਆਂ ਚੀਜ਼ਾਂ ਕਰਦਾ ਹੈ, ਈਸਾਈ ਧਰਮ ਨੂੰ ਪ੍ਰਮੋਟ ਕਰਦਾ। ਏਦਾਂ ਹੀ RSS ਦਾ ਏਜੰਡਾ ਕੀ ਤੁਸੀਂ SGPC ਜਾਂ RSS ਨੂੰ ਕੰਪੇਅਰ ਕਰ ਸਕਦੇ ਹੋ ਰਾਜ ਜੀ ਕਿ ਦੋਵੇਂ ਜਥੇਬੰਦੀਆਂ ਦਾ ਸੇਮ ਏਜੰਡਾ? ਨਹੀਂ ਹਰਪ੍ਰੀਤ ਜੀ, ਮੈਂ ਕੰਪੇਅਰ ਬਿਲਕੁਲ ਨਹੀਂ ਕਰ ਰਿਹਾ। ਮੈਂ ਇਹ ਦੱਸ ਰਿਹਾ ਕਿ ਹਰ ਬੰਦੇ ਨੂੰ ਆਪਣਾ ਧਰਮ ਪ੍ਰਮੋਟ ਕਰਨ ਲਈ ਉਹਨਾਂ ਨੇ ਸੰਸਥਾਵਾਂ ਬਣਾਈਆਂ ਹੋਈਆਂ ਹੈਗੀਆਂ ਤੇ SGPC ਵੀ ਅਨੇਕਾਂ ਏਦਾਂ ਦੀਆਂ ਚੀਜ਼ਾਂ ਕਰਦੀ ਜਿਹਦੇ ਨਾਲ ਸਿੱਖੀਜ਼ਮ ਪ੍ਰਮੋਟ ਹੁੰਦਾ। ਇੱਕ ਵਿੰਗ ਧਰਮ ਪ੍ਰਮੋਟ ਕਰਨਾ ਮੈਨੂੰ ਇੱਕ ਮਿੰਟ ਕੰਪਲੀਟ ਕਰ ਲਓ ਹਰਪ੍ਰੀਤ ਜੀ। ਮੈਂ ਕਹਿ ਰਿਹਾ ਕਿ ਇੱਥੇ ਪ੍ਰੋਬਲਮ BJP ਦੀ ਹੈ। BJP ਨੂੰ RSS ਨਾਲ ਏਦਾਂ ਨਹੀਂ ਘੁਲਣਾ ਮਿਲਣਾ ਚਾਹੀਦਾ। ਪ੍ਰੋਬਲਮ ਸਭ ਤੋਂ ਵੱਡਾ ਕੁਐਸਚਨ ਉੱਥੇ ਜੇ ਹੁੰਦਾ ਪਿਆ ਕਿ BJP ਇਸ ਵੇਲੇ ਲੱਗ ਰਿਹਾ ਕਿ RSS ਜਿਹੜੀ BJP ਹੈ RSS ਦੇ ਇਸ਼ਾਰੇ ਤੇ ਚੱਲਦੀ ਪਈ ਹੈ। ਸ਼ਾਇਦ ਇਹ ਜਿਹੜਾ ਵੀ ਇੰਟੋਲਰੈਂਸ ਹੈ ਜਾਂ ਜਿਹੜਾ ਵੀ ਧਾਰਮਿਕ ਫਰੀडम ਨਹੀਂ ਹੈਗਾ, ਇਹ ਸਾਰੇ ਕੁਐਸਚਨ ਹੀ ਤਾਂ ਰੇਜ਼ ਹੁੰਦੇ ਪਏ ਆ। ਜੇ ਕਿਤੇ BJP ਬਿਲਕੁਲ ਅੱਡ RSS ਤੋਂ ਤੁਰੇ ਹਿੰਦੂ ਧਰਮ ਦੇ ਮੁੱਦੇ ਤੇ ਸਿਰਫ ਮੈਂ ਕਹਿ ਰਿਹਾ ਵਾਂ ਤੇ ਸ਼ਾਇਦ ਇਦਾਂ ਦੇ ਕੁਐਸਚਨ ਰੇਜ਼ ਹੀ ਨਾ ਹੁੰਦੇ। ਧਰਮ ਪ੍ਰਮੋਟ ਕਰਨਾ ਜਾਂ ਧਰਮ ਕਨਵਰਟ ਕਰਨਾ ਜੇ ਇੱਕ ਮਿੰਟ RSS ਸਿਰਫ ਇੱਥੋਂ ਤੱਕ ਸੀਮਿਤ ਰਵੇ ਕਿ ਉਹਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ, ਲੋਕਾਂ ਨੂੰ ਹਿੰਦੂ ਧਰਮ ਬਾਰੇ ਜਾਣਕਾਰੀ ਦੇਣੀ, ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ? ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੋਊਗਾ ਜਿਹੜਾ ਧਾਰਮਿਕ ਆਸਥਾ ਰੱਖਦਾ ਵੀ ਨਹੀਂ ਲਗਭਗ। ਪਰ ਇਤਰਾਜ਼ ਉਦੋਂ ਪੈਦਾ ਹੁੰਦਾ ਜਦੋਂ ਤੁਸੀਂ ਆਪਣੀ ਆਸਥਾ ਦੇ ਨਾਂ ਤੇ ਦੂਜੇ ਦੀ ਆਸਥਾ ਨੂੰ ਅੰਡਰ ਅਟੈਕ ਕਰ ਦਿੰਦੇ ਹੋ। ਔਰ ਸੁਤੰਤਰਤਾ ਉਦੋਂ ਭੰਗ ਹੁੰਦੀ ਹੈ ਜਦੋਂ ਕੋਈ ਆਸਥਾ ਅੰਦਰ ਅਟੈਕ ਆ ਜਾਂਦੀ ਹੈ। ਇੰਡੀਆ ਦੇ ਵਿੱਚ ਇਹ ਗੱਲ ਤਾਂ ਵਾਪਰ ਰਹੀ ਹੈ, ਇਹਦੇ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਔਰ ਨਾ ਸਾਨੂੰ ਕਰਨਾ ਚਾਹੀਦਾ। ਅਸੀਂ ਸੱਚ ਮੰਨਦੇ ਨਹੀਂ ਆ ਤੇ ਅਸੀਂ ਉਹਦਾ ਹੱਲ ਵੀ ਕਦੇ ਨਹੀਂ ਕਰ ਸਕਾਂਗੇ। ਜੀ ਨਾਲੇ ਧਰਮ ਪ੍ਰਚਾਰ ਕਰਨਾ, ਦੇਖੋ ਆਪਣੇ ਧਰਮ ਦਾ ਪ੍ਰਚਾਰ ਕਰਨਾ ਹਰ ਧਾਰਮਿਕ ਜਥੇਬੰਦੀ ਜਾਂ ਹਰ ਬੰਦਾ ਜੋ ਆਪਣੇ ਧਰਮ ਤੇ ਵਿਸ਼ਵਾਸ ਰੱਖਦਾ ਉਹਦਾ ਹੱਕ ਬਣਦਾ ਹੈ। ਪਰ ਜਿੱਦਾਂ ਸਬਦੀਪ ਜੀ ਨੇ ਕਿਹਾ, ਧਰਮ ਪ੍ਰਚਾਰ ਕਰਨਾ ਇੱਥੇ ਇਸ਼ੂ ਨਹੀਂ ਆ। ਜੋ RSS ਦੇ ਏਜੰਡੇ ਨੇ ਉਹ ਇਹ ਤੋਂ ਕਾਫੀ ਜ਼ਿਆਦਾ ਖਤਰਨਾਕ ਨੇ। ਜੋ RSS ਦੁਆਰਾ ਕੰਮ ਕੀਤਾ ਜਾ ਰਿਹਾ ਹੈ ਉਹ ਇਹ ਤੋਂ ਕਾਫੀ ਜ਼ਿਆਦਾ ਖਤਰਨਾਕ ਨੇ। ਰਾਜੀ ਇੱਕ ਮਿੰਟ ਮੈਨੂੰ ਪੂਰੇ ਹੋਣ ਦਿਓ। RSS ਉਹ ਜਥੇਬੰਦੀ ਆ ਜੋ ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਨੂੰ ਸ਼ਹੀਦ ਦੱਸਦੀ ਹੈ ਤੇ ਅੱਜ ਵੀ ਆਂਦੀ ਉਹ ਬਿਲਕੁਲ ਠੀਕ ਆ। ਦਿਲਰਾਜ ਜੀ ਜੀ RSS ਦੇ ਏਜੰਡੇ ਸ਼ੁਰੂ ਤੋਂ ਹੀ ਇਦਾਂ ਦੇ ਖਤਰਨਾਕ ਹੀ ਰਹੇ ਨੇ। ਉਹ ਕੋਈ ਅੱਜ ਜਾਂ ਮੋਦੀ ਸਰਕਾਰ ਬਣੀ ਫਿਰ ਉਹ ਏਜੰਡੇ ਨਹੀਂ ਬਣੇ। ਉਹ ਸ਼ੁਰੂ ਤੋਂ ਲੈ ਕੇ ਜਦੋਂ ਤੋਂ RSS ਸ਼ਾਇਦ ਬਣੀ ਹੈ ਉਦੋਂ ਤੋਂ ਇਹੀ ਏਜੰਡੇ ਰਹੇ ਨੇ।
ਮੈਂ ਮੇਨ ਇਹ ਕਹਿ ਰਿਹਾ ਕਿ ਇੰਡੀਆ ਵਿੱਚ ਆ ਜਿਹੜੀ ਵੀਜ਼ਾ ਨਾ ਦੇਣਾ ਜਾਂ ਧਾਰਮਿਕ ਫ੍ਰੀडम ਨਹੀਂ ਹੈਗਾ, ਇਹ ਸਾਰੇ ਮੁੱਦੇ ਉਦੋਂ ਹੀ ਬਾਹਰ ਆਉਂਦੇ ਆ ਜਦੋਂ ਬੀਜੇਪੀ ਜਾਂ ਐਨਡੀਏ ਗਵਰਨਮੈਂਟ ਆਉਂਦੀ ਹੈ, ਕਿਉਂਕਿ ਥੋੜੀ ਬਹੁਤੀ ਸ਼ਹਿ ਆਰਐਸਐਸ ਨੂੰ ਮਿਲ ਜਾਂਦੀ ਹੈ। ਕਿ ਜੇ ਅੱਜ ਕਾਂਗਰਸ ਹੁੰਦੀ ਫਿਰ ਵੀ ਆਪਾਂ ਇਹ ਗੱਲ ਕਰਦੇ ਹੁੰਦੇ ਕਿ ਆਰਐਸਐਸ ਦੇ ਏਜੰਡੇ ਏਦਾਂ ਦਾ ਖਰਾਬ ਨੇ ਤੇ ਇੱਥੇ ਰਿਲੀਜੀਅਸ ਫ੍ਰੀडम ਨਹੀਂ ਹੈਗਾ। ਆਰਐਸਐਸ ਦੇ ਏਜੰਡੇ ਕਦੀ ਵੀ ਸਰਕਾਰ ਦੇਖ ਕੇ ਚੇਂਜ ਨਹੀਂ ਹੁੰਦੇ, ਆਰਐਸਐਸ ਦੇ ਏਜੰਡੇ ਉਹੀ ਰਹਿੰਦੇ ਆ। ਉਹ ਵੱਡਾ ਕੁਐਸਚਨ ਇੱਥੇ ਇਹ ਉੱਠਦਾ ਪਿਆ ਕਿ ਬੀਜੇਪੀ ਨੂੰ ਜਾਂ ਐਨਡੀਏ ਗਵਰਨਮੈਂਟ ਨੂੰ ਆਰਐਸਐਸ ਦੇ ਇਸ਼ਾਰੇ ਤੇ ਨਹੀਂ ਚੱਲਣਾ ਚਾਹੀਦਾ। ਦਰਾਜ ਦੀ ਪ੍ਰੋਬਲਮ ਇਹ ਨਹੀਂ ਆਉਂਦੀ ਆਰਐਸਐਸ ਦੇ ਏਜੰਡੇ ਤਬਦੀਲ ਨਹੀਂ ਹੁੰਦੇ, ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਬੀਜੇਪੀ ਆਉਂਦੀ ਆ ਉਦੋਂ ਭਾਰਤੀ ਸੰਵਿਧਾਨ ਦੀਆਂ ਪਰੰਪਰਾਵਾਂ ਨੂੰ ਉਲੰਘ ਕੇ ਭਾਰਤ ਦੀ ਸਰਕਾਰ ਦੇ ਏਜੰਡੇ ਤਬਦੀਲ ਹੋ ਜਾਂਦੇ ਨੇ। ਸਾਡੀ ਪ੍ਰੋਬਲਮ ਬੀਜੇਪੀ ਦੇ ਆਉਣ ਨਾਲ ਭਾਰਤ ਦੇ ਏਜੰਡੇ ਤਬਦੀਲ ਹੋਣ ਦੀ ਹੈ। ਆਰਐਸਐਸ ਦਾ ਏਜੰਡਾ ਨਾ ਤਬਦੀਲ ਹੋਵੇ ਇਹਦੀ ਕੋਈ ਸਾਨੂੰ ਪ੍ਰੋਬਲਮ ਨਹੀਂ, ਕਿਉਂਕਿ ਕੋਈ ਵੀ ਜਥੇਬੰਦੀ ਜਿਸ ਕੰਮ ਲਈ ਬਣੀ ਹੈ ਜੇ ਉਹਨੂੰ ਸੰਵਿਧਾਨ ਨੇ ਹੱਕ ਦਿੱਤਾ ਤੇ ਉਹ ਆਪਦੇ ਏਜੰਡੇ ਚਲਾਏਗੀ। ਪਰ ਭਾਰਤ ਸਰਕਾਰ ਕਿਸੇ ਜਥੇਬੰਦੀ ਦੇ ਅੰਦਰ ਜਾ ਕੇ ਆਪਣੇ ਏਜੰਡੇ ਕਿਉਂ ਤਬਦੀਲ ਕਰ ਰਹੇ ਨੇ, ਇਹ ਰੌਲੇ ਵਾਲਾ ਮਸਲਾ। ਹਰਪ੍ਰੀਤ ਜੀ, ਮੈਂ ਇੱਥੇ ਇੱਕ ਛੋਟੀ ਜਿਹੀ ਮੈਂ ਫਰਕ ਦੱਸਣਾ ਚਾਹੂੰਗਾ। ਆਪਾਂ ਗੱਲ ਕਰਦੇ ਹਾਂ ਆਰਐਸਐਸ ਦੀ। ਜੇ ਆਪਾਂ ਆਰਐਸਐਸ ਦੇ ਪ੍ਰਵੀਨ ਤੋਗੜੀਆ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਤਰਸ਼ੂਲ ਵਾਲੇ ਬਿਆਨ ਜਾਂ ਪਾਕਿਸਤਾਨ ਦੇ ਟੁੱਟਿਆਂ ਦੇ ਬਿਆਨ ਜਾਂ ਦੂਜੀਆਂ ਕਮਿਊਨਿਟੀਆਂ ਦੇ ਖਿਲਾਫ ਬਿਆਨ ਬਹੁਤ ਹੋਣਗੇ, ਪਰ ਜੇ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਰਿਲੀਜੀਅਸ ਫ੍ਰੀडम ਦੀ, ਧਰਮ ਕਨਵਰਜਨ ਦੀ, ਆਪਾਂ ਜੇ ਉਹਦਾ ਹੀ ਬਿਆਨ ਦੇਖੀਏ ਜਿਹੜਾ ਕਿ ਜਨਵਰੀ ਦੇ ਵਿੱਚ ਆਇਆ ਸੀਗਾ, ਇਸੇ ਸਾਲ ਜਨਵਰੀ ਵਿੱਚ ਆਇਆ ਸੀ, ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਪਿਛਲੇ 10 ਸਾਲਾਂ ਵਿੱਚ 7.5 ਲੱਖ ਕ੍ਰਿਸਚਨ ਤੇ ਮੁਸਲਮਾਨ ਨੂੰ ਅਸੀਂ ਘਰ ਵਾਪਸੀ ਦੇ ਵਿੱਚ ਜਿਹੜਾ ਹੈਗਾ ਉਹ ਦੁਬਾਰਾ ਹਿੰਦੂ ਕਨਵਰਟ ਕਰ ਚੁੱਕੇ ਹਾਂ। ਔਰ ਜਿਹੜਾ ਉਹ ਕਰਦੇ ਨੇ, ਜਿਹਦੇ ਤੁਸੀਂ ਐਗਜ਼ਾਮਪਲ 5000 ਬੰਦੇ ਦੀ ਦਿੱਤੀ ਸੀ, ਉਹਨਾਂ ਨੇ ਇੱਕ ਉਹਦੇ 'ਚ ਹੋਰ ਵੀ ਗੱਲ ਕੀਤੀ ਸੀ ਕਿ ਪਹਿਲਾਂ ਇਹ ਜਿਹੜੀ ਐਵਰੇਜ ਸੀ ਉਹ 15000 ਦੀ ਸੀ, ਪਰ ਜਦੋਂ ਤੋਂ ਬੀਜੇਪੀ ਸਰਕਾਰ ਵਿੱਚ ਆਈ ਆ ਇਹ ਜਿਹੜੀ 15000 ਸਾਲ ਦੀ ਐਵਰੇਜ ਸੀ ਉਹ 40000 ਕ੍ਰੋਸ ਕਰ ਚੁੱਕੀ ਆ। ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਮਤਲਬ ਕਿ 3 ਗੁਣਾ ਹੋ ਚੁੱਕੀ ਆ ਜਿਹੜੀ ਉਹਨਾਂ ਦੀ ਕਨਵਰਜਨ ਕਰਨ ਦੀ ਰੇਸ਼ੋ ਹੈਗੀ ਆ। ਕਿਤੇ ਨਾ ਕਿਤੇ ਜਿਹੜੀ ਜਿੱਦਾਂ ਅੱਜ ਜੇ ਬਾਹਰਲੀਆਂ ਬੋਡੀਜ਼ ਨੂੰ ਰੋਕਿਆ ਜਾਂਦਾ ਇੰਡੀਆ ਜਾਣ ਤੋਂ, ਤੇ ਇਹਨਾਂ ਗੱਲਾਂ ਦਾ ਵੀ ਕਿਤੇ ਨਾ ਕਿਤੇ ਧੂੰਆਂ ਨਿਕਲਦਾ, ਇੱਦਾਂ ਦੀਆਂ ਗੱਲਾਂ ਦਾ ਵੀ ਕਿਤੇ ਨਾ ਕਿਤੇ ਅਸਰ ਬਾਹਰ ਆਉਂਦਾ ਹੈ ਕਿ ਕਿੰਨੇ ਲੋਕਾਂ ਨੂੰ ਬੇਸ਼ੱਕ ਪਿਆਰ ਨਾਲ ਕਨਵਰਟ ਕੀਤਾ ਗਿਆ ਹੋਵੇ, ਭਾਵੇਂ ਲੋਕਾਂ ਦੀ ਤਮੰਨਾ ਹੋਵੇ ਕਿ ਉਹ ਹਿੰਦੂ ਧਰਮ ਅਪਣਾਉਣ, ਉਹਨਾਂ ਦੀ ਆਪਣੀ ਵਿਸ਼ ਹੋਵੇ, ਪਰ ਜੇ ਇਸ ਤਰ੍ਹਾਂ ਦੇ ਨੰਬਰਾਂ ਨੂੰ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ, ਆਪਣੀ ਸੰਸਥਾ ਦਾ ਵੱਡਾਪਨ ਦਿਖਾਉਣ ਵਾਸਤੇ ਇਹ ਨੰਬਰ ਯੂਜ਼ ਕੀਤੇ ਜਾਂਦੇ ਆ, ਤੇ ਇਹ ਨੰਬਰਾਂ ਦਾ ਜਿਹੜਾ ਮੈਸੇਜ ਹੈਗਾ ਉਹ ਕਿਸੇ ਹੋਰ ਤਰੀਕੇ ਦੇ ਨਾਲ ਜਾਂਦਾ ਆ। ਜੇ ਅੱਜ ਦੀ ਡੇਟ ਦੇ ਵਿੱਚ 15000 ਦੀ ਜਿਹੜੀ ਇੱਕ ਰੇਸ਼ੋ ਲੈ ਕੇ ਆਰਐਸਐਸ ਚੱਲ ਰਿਹਾ ਸੀ, ਜੇ ਉਹ 40000 ਤੱਕ ਪਹੁੰਚ ਗਈ ਆ, ਤੇ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜੇ ਮੋਦੀ ਦੀ ਸਰਕਾਰ, ਬੀਜੇਪੀ ਸਰਕਾਰ ਦੇ ਵਿੱਚ ਆਰਐਸਐਸ ਜਿਹੜੀ ਹੈਗੀ ਆ ਉਹ ਜਿਹੜੀ ਫਲ ਫੁੱਲ ਨਹੀਂ ਰਹੀ ਤਾਂ ਹੋਰ ਕੀ ਹੋ ਰਿਹਾ ਉਹਨੂੰ। ਈਵਨ ਕਿ ਜੇ ਅਸੀਂ ਬੀਜੇਪੀ ਜਾਂ ਆਰਐਸ ਦੀ ਹਿੰਦੂ ਧਰਮ ਨੂੰ ਪ੍ਰਮੋਟ ਕਰਨ ਦੀ ਗੱਲ ਕਰੀਏ ਤੇ ਇਹ ਹਾਲ ਹੈ ਕਿ ਹਰ ਹਰ ਮਹਾਦੇਵ ਦਾ ਨਾਰੇ ਨੂੰ ਚੇਂਜ ਕਰਕੇ ਹਰ ਹਰ ਮੋਦੀ ਦਾ ਨਾਰਾ ਬਣਾ ਦਿੱਤਾ ਗਿਆ ਸੀ। ਬਿਲਕੁਲ। ਤੇ ਮੈਨੂੰ ਲੱਗਦਾ ਕਿ ਧਰਮ ਪ੍ਰਮੋਟ ਕਰਨਾ ਇਹਨਾਂ ਦਾ ਏਜੰਡਾ ਨਹੀਂ ਹੈਗਾ, ਕਿਉਂਕਿ ਧਰਮ ਪ੍ਰਮੋਟ ਕਰਨ ਦੇ ਤੁਸੀਂ ਆਪਣੇ ਧਾਰਮਿਕ ਜੋ ਨਾਰੇ ਨੇ ਸ਼ਾਇਦ ਉਹਨਾਂ ਨੂੰ ਆਪ ਚੇਂਜ ਨਹੀਂ ਕਰੋਗੇ, ਪਰ ਏਜੰਡਾ ਕਿਤੇ ਆਰਐਸਐਸ ਤੇ ਬੀਐਚਪੀ ਦਾ ਕੁਝ ਹੋਰ ਹੀ ਆ। ਜੇ ਅਮਰੀਕਾ 'ਚ ਬੈਠੀ ਇੱਕ ਸੰਸਥਾ ਇੰਡੀਆ ਦੇ ਆਰਟੀਕਲ 25 ਦੀ ਗੱਲ ਕਰਦੀ ਹੈ, ਆਰਐਸਐਸ ਬੀਐਚਪੀ ਦੀ ਗੱਲ ਕਰਦੀ ਆ, ਉੱਥੇ ਹੋ ਰਹੇ ਰਿਲੀਜਨ ਘਰ ਵਾਪਸੀ ਦੀ ਗੱਲ ਕਰਦੀ ਆ, ਤੇ ਮੇਰੇ ਖਿਆਲ ਇਹ ਮੁੱਦਾ ਅਮਰੀਕਾ ਵਾਸਤੇ ਨਹੀਂ ਇੰਡੀਆ ਵਾਸਤੇ ਜ਼ਿਆਦਾ ਗੰਭੀਰ ਆ। ਇੱਕ ਪਾਸੇ ਅਸੀਂ ਅਮਰੀਕਾ 'ਚ ਜਾ ਕੇ ਬਿਜ਼ਨਸ ਲਿਆਉਣ ਦੀ ਗੱਲਾਂ ਕਰਦੇ ਆ। ਇੱਕ ਚੀਜ਼ ਮੈਂ ਇੱਥੇ ਹੋਰ ਦੱਸ ਦੇਣਾ ਚਾਹੁੰਦਾ, ਥੋੜੇ ਚਿਰ ਪਹਿਲਾਂ ਹੀ ਅਮਰੀਕਾ 'ਚ ਇੱਕ ਆਰਗੇਨਾਈਜੇਸ਼ਨ ਬਣਾਈ ਗਈ ਸੀ ਜਿਹਦੇ ਮੈਂਬਰ ਟੌਪ ਦੀਆਂ ਕੰਪਨੀਆਂ ਦੇ ਸੀਈਓਜ਼ ਜਾਂ ਡਾਇਰੈਕਟਰ ਸੀ, ਤੇ ਇਹ ਉਹ ਲੋਕ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਅਸੀਂ ਉਸ ਕੰਟਰੀ 'ਚ ਬਿਜ਼ਨਸ ਨਹੀਂ ਕਰਨਾ ਜਿੱਥੇ ਕਿ ਫ੍ਰੀडम ਦੀ ਰਿਲੀਜਨ ਦੀ ਫ੍ਰੀडम ਜਾਂ ਫਿਰ ਹੋਰ ਕੇ ਤਰੀਕੇ ਨਾਲ ਜਾਤੀਵਾਦ ਦੇ ਨਾਲ ਕਮਜ਼ੋਰ ਤੇ ਬੇਕਸੂਰ ਲੋਕਾਂ ਦਾ ਨਾਲ ਧੱਕਾ ਹੁੰਦਾ ਹੈ ਜਾਂ ਫਿਰ ਉਹਨਾਂ ਦਾ ਕਤਲ ਹੁੰਦਾ ਵਾ। ਜੇ ਹੁਣ ਅਸੀਂ ਇਸ ਚੀਜ਼ ਨੂੰ ਦੇਖੀਏ, ਜੇ ਅਸੀਂ ਇਸ ਮਾਈਂਡਸੈਟ ਨੂੰ ਦੇਖੀਏ, ਤੇ ਕਿਤੇ ਮੋਦੀ ਜੀ ਬਿਜ਼ਨਸ ਲਿਆਉਣ ਦੀ ਗੱਲ ਕਰਦੇ ਆ, ਮੈਨੂੰ ਤਾਂ ਇਹ ਡਰ ਹੈ ਕਿ ਕਿਤੇ ਕੰਮ ਪੁੱਠਾ ਨਾ ਚੱਲ ਪਏ, ਬਿਜ਼ਨਸ ਵਾਪਸ ਜਾਣਾ ਨਾ ਸ਼ੁਰੂ ਹੋ ਜਾਏ। ਦਲਾਲ ਜੀ, ਕੁਲਵੀਰ ਜੀ, ਸਬਦੀਸ਼ ਜੀ। ਹਾਂਜੀ ਆਪਣਾ ਹਰਪ੍ਰੀਤ ਜੀ ਇਹ ਹੈ ਕਿ ਇਹ ਜਿਹੜੀ ਆਰਗੇਨਾਈਜੇਸ਼ਨ ਆ ਰਹੀ ਹੈ
ਇਹ ਸਿੱਧੇ ਤੌਰ ਤੇ ਨਿਵੇਸ਼ ਨਾਲ ਇਹਦਾ ਕੋਈ ਕੰਸਰਨ ਨਹੀਂ। ਬੇਸ਼ੱਕ ਜੇ ਨਿਵੇਸ਼ ਕਰਨ ਬਾਰੇ ਸੋਚਣਾ ਤਾਂ ਜਿਸ ਵੀ ਕੰਪਨੀ ਨੇ, ਜਿਸ ਵੀ ਕਾਰਪੋਰੇਟ ਨੇ ਭਾਰਤ ਦੇ ਵਿੱਚ ਨਿਵੇਸ਼ ਕਰਨਾ, ਉਹ ਆਪਣੇ ਪੱਧਰ ਉੱਤੇ ਵੀ ਬਹੁਤ ਕੁਝ ਜਾਣ ਸਕਦਾ। ਅਸੀਂ ਇਹ ਨਾ ਕਹੀਏ ਕਿ ਇਹ ਕੋਈ ਭਾਰਤ ਦੇ ਵਿੱਚ ਨਿਵੇਸ਼ ਨੂੰ ਪ੍ਰਮੋਟ ਕਰਨ ਲਈ ਜਾਂ ਨਿਵੇਸ਼ ਦੇ ਹਾਲਾਤ ਨੂੰ ਜਾਣਨ ਲਈ ਬਣਾਇਆ ਗਿਆ ਸੰਸਥਾ ਵਾ ਤੇ ਉਸੇ ਮਕਸਦ ਨਾਲ ਇੰਡੀਆ ਦੇ ਵਿੱਚ ਆ ਰਹੀ। ਇਹ ਸਿਰਫ ਇਸੇ ਮਕਸਦ ਨਾਲ ਹੀ ਤਿਆਰ ਕੀਤੀ ਗਈ ਹੈ ਕਿ ਵਿਦੇਸ਼ਾਂ ਦੇ ਵਿੱਚ ਅਸੀਂ ਜਾਣਾ ਤੇ ਉਹਨਾਂ ਥਾਵਾਂ ਦੇ ਉੱਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਬਾਰੇ ਜਾਣਕਾਰੀ ਹਾਸਲ ਕਰਨੀ। ਇਹ ਜਾਣਕਾਰੀ ਦੇਣਾ ਨਾ ਦੇਣਾ ਉਸ ਸੰਬੰਧਿਤ ਦੇਸ਼ ਦੇ ਮਸਲੇ ਨਾਲ ਜੁੜ ਜਾਂਦਾ। ਉਹਨੂੰ ਦੇਣੀ ਕਿ ਨਹੀਂ ਦੇਣੀ, ਕਦੋਂ ਉਹ ਦੇ ਸਕਦਾ, ਕਦੋਂ ਉਹ ਨਹੀਂ ਦੇ ਸਕਦਾ, ਤੇ ਉਹ ਹਿਸਟੋਰੀਕਲੀ ਹਾਲਾਤ ਤੈਅ ਕਰਦੇ ਨੇ, ਸਰਕਾਰਾਂ ਤੈਅ ਕਰਦੀਆਂ ਨੇ। ਇਹ ਕੋਈ ਇੱਕ ਸੰਵਿਧਾਨ ਜਾਂ ਇੱਕ ਸਦਾਚਾਰਕ ਕੋਈ ਨੈਤਿਕਤਾ ਇਹਨੂੰ ਤੈਅ ਨਹੀਂ ਕਰਦੀ, ਇਹ ਤੈਅ ਹੁੰਦਾ ਸਮੇਂ ਦੇ ਮੁਤਾਬਕ। ਤੇ ਇਸ ਕਰਕੇ ਇਹਨੂੰ ਨਿਵੇਸ਼ ਨਾਲ ਤਾਂ ਬਹੁਤਾ ਜੋੜੇ ਜਾਣ ਦੀ ਜ਼ਰੂਰਤ ਨਹੀਂ, ਪਰ ਇਹਨੂੰ ਇਸ ਗੱਲ ਨਾਲ ਜੋੜ ਕੇ ਅਸੀਂ ਜ਼ਰੂਰ ਦੇਖ ਸਕਦੇ ਹਾਂ ਕਿ ਭਾਰਤ ਸਰਕਾਰ ਇਨਕਾਰ ਕਿਉਂ ਕਰ ਰਹੀ ਹੈ ਤੇ US ਗਵਰਨਮੈਂਟ ਨੂੰ ਐਡੀ ਵੀ ਕੀ ਲੋੜ ਪੈ ਗਈ ਕਿ ਹਿੰਦੁਸਤਾਨ ਵਿੱਚ ਆਪਣੀ ਇੱਕ ਸੰਸਥਾ ਨੂੰ ਭੇਜੇ ਤੇ ਉਹਦੇ ਨਾਲ ਭਾਰਤ ਦੀ ਧਾਰਮਿਕ ਸੁਤੰਤਰਤਾ ਬਾਰੇ ਇੱਕ ਜਾਣਕਾਰੀ ਹਾਸਲ ਕਰਕੇ ਜਾਵੇ। ਇਹਦੇ 'ਚ ਅਸੀਂ ਬਹਿਸ ਕਰ ਸਕਦੇ ਹਾਂ। ਪਰ ਮੈਨੂੰ ਇਹ ਲੱਗਦਾ ਕਿ ਇਹ ਮਕਸਦ ਸ਼ਾਇਦ ਅਮਰੀਕਾ ਦਾ ਇਹ ਵੀ ਹੋਵੇ ਕਿ ਇਸ ਮੁੱਦੇ ਦੇ ਉੱਤੇ ਬਹਿਸ ਚੱਲਦੀ ਰਹੇ, ਜਿਹੜੇ ਮੁੱਦੇ ਤੇ ਆਲਰੇਡੀ ਬਹਿਸ ਚੱਲ ਰਹੀ ਹੈ। ਤੇ ਇਹ ਬਹਿਸ ਅਸੀਂ ਖੁਦ ਵੀ ਚਾਹਾਂਗੇ ਕਿ ਚੱਲਦੀ ਰਹੇ, ਕਿਉਂਕਿ ਇਸ ਬਹਿਸ ਨੂੰ ਚਲਾਏ ਬਿਨਾਂ ਤੁਸੀਂ ਦੇਸ਼ ਨੂੰ ਹੁਣ ਦੁਬਾਰਾ ਲੀਹ ਤੇ ਨਹੀਂ ਲਿਆ ਸਕਦੇ, ਕਿਉਂਕਿ ਇਹ ਬਹਿਸ ਦੇਸ਼ ਦੇ ਵਿੱਚ ਪਹਿਲਾਂ ਹੀ ਬੜੀ ਵੰਡ ਪੈਦਾ ਕਰ ਰਹੀ ਹੈ। ਮੈਂ ਵੀ ਐਗਰੀ ਨਾਲ ਸੰਦੀਪ ਜੀ ਨਾਲ ਕਿਤੇ ਨਾ ਕਿਤੇ ਕਿ ਇਹ ਜਿਹੜਾ ਵੀ ਸਰਵੇ ਅਮਰੀਕਨ ਕੰਪਨੀ ਕਰਨਾ ਚਾਹ ਰਹੀ ਹੈ ਜਾਂ ਅਮਰੀਕਨ ਸਰਕਾਰ ਕਰਾਉਣਾ ਚਾਹ ਰਹੀ ਹੈ, ਇਹ ਸਿੱਧਾ ਨਿਵੇਸ਼ ਦੇ ਨਾਲ ਜੁੜਿਆ ਹੋਇਆ ਮੈਨੂੰ ਵੀ ਨਹੀਂ ਲੱਗਦਾ। ਜੇ ਏਦਾਂ ਦਾ ਸ਼ਾਇਦ ਜੇ ਨਿਵੇਸ਼ ਨੂੰ ਝਟਕਾ ਲੱਗਦਾ ਹੁੰਦਾ ਤੇ ਇੰਡੀਆ ਮੈਨੂੰ ਲੱਗਦਾ ਕਿ ਵੀਜ਼ਾ ਦੇ ਵੀ ਦਿੰਦਾ। ਤੇ ਮੈਂ ਵੀ ਸਮਝਦਾ ਵਾਂ ਕਿ ਇਹਦੇ ਨਾਲ ਨਿਵੇਸ਼ ਦਾ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੈ। ਬਾਕੀ ਅਮਰੀਕਾ ਦੀਆਂ ਆਪਣੀਆਂ ਨੀਤੀਆਂ ਹੈਗੀਆਂ, ਚਾਹੇ ਉਹ ਇਰਾਕ ਨੂੰ ਲੈ ਕੇ ਹੋਵੇ, ਚਾਹੇ ਅਫਗਾਨਿਸਤਾਨ ਨੂੰ ਲੈ ਕੇ ਹੋਵੇ, ਚਾਹੇ ਏਸ਼ੀਆ ਦੇ ਵਿੱਚ ਆਪਣਾ ਦਬਦਬਾ ਬਣਾਉਣਾ ਹੋਵੇ, ਕਈ ਕੁਝ ਅਮਰੀਕਾ ਵੀ ਕਰਦਾ। ਆਪਾਂ ਇਹ ਨਹੀਂ ਸਮਝ ਸਕਦੇ ਕਿ ਅਮਰੀਕਾ ਨੇ ਸਿਰਫ ਜੇ ਆਪਣੇ ਬੰਦੇ ਭੇਜ ਕੇ ਤੇ ਰਿਲੀਜੀਅਸ ਫਰੀਡਮ ਚੈੱਕ ਕਰਾਉਣਾ ਸੀਗਾ ਤੇ ਉਹਦੇ ਵਿੱਚ ਉਹਦੀ ਕੋਈ ਆਪਣੀ ਦਿਲੀ ਇੱਛਾ ਨਹੀਂ ਹੋਏਗੀ, ਉਹਨੇ ਸਿਰਫ ਨਿਵੇਸ਼ ਕਰਕੇ ਇਹ ਕੀਤਾ। ਉਹਦੇ ਵਿੱਚ ਕਈ ਹੋਰ ਚੀਜ਼ਾਂ ਹੁੰਦੀਆਂ ਤੇ ਸਰਕਾਰ ਇੰਡੀਅਨ ਗਵਰਨਮੈਂਟ ਨੇ ਵੀ ਕਈ ਚੀਜ਼ਾਂ ਦੇਖਣ ਤੋਂ ਬਾਅਦ ਮੇਰਾ ਕਹਿਣ ਦਾ ਇਹ ਮਤਲਬ ਨਹੀਂ ਸੀ, ਮੇਰਾ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਉਹ ਇਨਵੈਸਟਮੈਂਟ ਨੂੰ ਡਾਇਰੈਕਟਲੀ ਰਿਲੇਟਡ ਆ। ਬੇਸਿਕਲੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜਾ ਵੀ ਬਿਜ਼ਨਸ ਪਰਸਨ ਆ, ਜਦੋਂ ਜੇ US ਗਵਰਨਮੈਂਟ ਦੀਆਂ ਨੀਤੀਆਂ ਚੇਂਜ ਹੋਣਗੀਆਂ ਉਹਦੇ ਨਾਲ ਦੇ ਨਾਲ ਹੀ ਉੱਥੋਂ ਦੀਆਂ ਕੰਪਨੀਆਂ ਦੀਆਂ ਜੋ ਕੰਪਨੀਆਂ ਇਨਵੈਸਟ ਕਰ ਰਹੀਆਂ ਨੇ ਉਹਨਾਂ ਦੀ ਨੀਤੀਆਂ ਵੀ ਚੇਂਜ ਹੋਣਗੀਆਂ। ਕਿਉਂਕਿ ਕੁਝ ਗੱਲਾਂ ਤੇ ਆਈ ਥਿੰਕ ਆਪਾਂ ਸਾਰੇ ਐਗਰੀ ਕਰਾਂਗੇ, ਕੋਈ ਵੀ ਬਿਜ਼ਨਸ ਪਰਸਨ ਜਾਂ ਕੋਈ ਵੀ ਐਂਟਰਪ੍ਰਾਈਜ਼ ਇਨਵੈਸਟ ਕਰਨ ਤੋਂ ਪਹਿਲਾਂ ਆਪਣੀ ਸਿਕਿਉਰਿਟੀ ਤੇ ਆਪਣੇ EMPLOYEES ਦੀ ਸੇਫਟੀ ਜ਼ਰੂਰ ਚਾਹੁੰਦੀ ਆ। ਖਾਸ ਕਰਕੇ ਜੇ ਤੁਸੀਂ ਦੂਜੇ ਮੁਲਕਾਂ ਤੋਂ ਜਾ ਰਹੇ ਹੋ ਤੇ ਹੁਣ ਸਿਰਫ ਆਪਾਂ ਬੀਫ ਤੇ ਹੀ ਜੇ ਗੱਲ ਕਰ ਲਈਏ, ਤੁਸੀਂ ਕਿਤੇ ਜਾ ਕੇ ਜੇ ਬੀਫ ਬਰਗਰ ਜਾਂ ਕੁਝ ਹੋਰ ਹੀ ਆਰਡਰ ਕਰ ਦੋ ਤੇ ਮੇਰੇ ਖਿਆਲ ਅੱਜ ਦੀ ਡੇਟ ਦੇ ਵਿੱਚ ਇੰਡੀਆ ਵਿੱਚ ਬਵਾਲ ਮਚ ਸਕਦਾ ਹੈ। ਕੁਲਵੀਰ ਜੀ ਟਾਈਮ ਥੋੜਾ ਘੱਟ ਬਚਿਆ। ਬਿਲਕੁਲ ਮੈਂ ਹਰਪ੍ਰੀਤ ਜੀ, ਮੈਨੂੰ ਲੱਗਦਾ ਕਿ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਬਿਜ਼ਨਸ ਜਿਹੜਾ ਸੰਬੰਧ ਅਮਰੀਕਾ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਉੱਪਰ ਪ੍ਰਭਾਵ ਜ਼ਰੂਰ ਪਾਉਣਗੀਆਂ, ਕਿਉਂਕਿ ਕੋਈ ਵੀ ਕੰਪਨੀ ਜਿਹੜੀ ਹੈਗੀ ਜਦੋਂ ਕਿਤੇ ਇਨਵੈਸਟ ਕਰਦੀ ਆ ਉਹ ਉਸ ਕੰਟਰੀ ਜਾਂ ਉਸ ਏਰੀਏ ਦੇ ਜ਼ਰੂਰ ਦੇਖਦੀ ਆ ਕਿ ਉੱਥੇ ਪੀਸ ਕਿੰਨਾ ਹੈ, ਉੱਥੇ ਰੈਸਟ ਕਿੰਨਾ ਹੈ, ਉੱਥੇ ਲੋਕਾਂ ਦੀ ਮੈਂਟੈਲਿਟੀ ਕੀ ਹੈਗੀ ਆ, ਕੰਮ ਕਰਨ ਵਾਲੇ ਲੋਕਾਂ ਦੀ ਸ਼ਮਤਾ ਕੀ ਹੈਗੀ ਆ, ਔਰ ਉੱਥੋਂ ਉਹ ਕਿੱਦਾਂ ਰਿਜ਼ਲਟ ਕੱਢੇਗੀ। ਉਹਦੇ ਵਿੱਚ ਇਹ ਚੀਜ਼ ਦੇਖਣੀ ਵੀ ਜ਼ਰੂਰੀ ਆ। ਅਗਰ ਕਿਸੇ ਕੰਟਰੀ ਦੇ ਵਿੱਚ ਰਿਲੀਜੀਅਸ ਫਰੀਡਮ ਨਹੀਂ ਹੈਗੀ, ਉਹਦੇ ਕਰਕੇ ਉਸ ਕੰਟਰੀ ਦੇ ਵਿੱਚ ਅਨਰੈਸਟ ਹੈਗਾ ਆ ਤੇ ਉੱਥੇ ਕੰਪਨੀਆਂ ਇਨਵੈਸਟ ਕਰਨਾ ਨਹੀਂ ਚਾਹੁੰਦੀਆਂ। ਜੇ ਆਪਾਂ ਇੰਡੀਆ ਦੇ ਵਿੱਚ ਵੀ ਦੇਖੀਏ ਤਾਂ ਜਦੋਂ ਪ੍ਰੋਜੈਕਟਸ ਆਉਂਦੇ ਨੇ, ਚਾਹੇ ਰਿਲਾਇੰਸ ਹੋਵੇ ਚਾਹੇ ਟਾਟਾ ਹੋਵੇ, ਉਹ ਬੜਾ ਸੋਚ ਸਮਝ ਕੇ ਉਸ ਜਗ੍ਹਾ ਦੇ ਵਿੱਚ ਹੀ ਪ੍ਰੋਜੈਕਟ ਲੱਗਦੇ ਨੇ ਜਦੋਂ ਜਿਸ ਜਗ੍ਹਾ ਦੇ ਵਿੱਚ ਸ਼ਾਂਤੀ ਹੁੰਦੀ ਹੈ, ਜਿਸ ਜਗ੍ਹਾ ਦੇ ਵਿੱਚ ਜਿਹੜਾ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਬਹੁਤ ਘੱਟ ਜਿਹੜਾ ਹੈਗਾ ਆ ਉਹ ਰੌਲਾ ਰੱਪਾ ਹੋ ਸਕਦਾ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਹਰਿਆਣਾ
ਹਰਿਆਣਾ यूपी ਦੀ ਗੱਲ ਕਰੀਏ ਤਾਂ ਉੱਥੇ ਜਦੋਂ ਵੀ ਇੰਡਸਟਰੀ ਲੱਗਦੀ ਆ ਹਿਮਾਚਲ ਕਿਉਂ ਚੱਲਿਆ ਜਾਂਦਾ, ਹਿਮਾਚਲ ਦੇ ਵਿੱਚ ਚਲੇ ਜਾਂਦੇ ਨੇ ਲੋਕੀ, ਉੱਥੇ ਲਾਉਣੀ ਪਸੰਦ ਕਰਦੇ ਆ, ਜਾਂ ਇਦਾਂ ਦੀਆਂ ਸਟੇਟਾਂ ਵਿੱਚ ਜਾ ਕੇ ਇੰਡਸਟਰੀ ਲਾਉਣੀ ਪਸੰਦ ਕਰਦੇ ਜਿੱਥੇ ਅਨਰੈਸਟ ਘੱਟ ਹੁੰਦਾ ਆ। ਜਿਹੜੀਆਂ ਵੀ ਜਿੰਨੀਆਂ ਵੀ ਇਫੈਕਟਡ ਸਟੇਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਅਨਰੈਸਟ ਹੈਗਾ, ਜਿਨ੍ਹਾਂ ਵਿੱਚ ਲੋਕਾਂ ਦੇ ਇਸ਼ੂ ਚੱਲ ਰਹੇ ਨੇ, ਆਪਣੀ ਅੰਦਰੂਨੀ ਕੋਈ ਨਾ ਕੋਈ ਖਿੱਚੋਤਾਣ ਚੱਲ ਰਹੀ ਹੁੰਦੀ ਆ, ਉੱਥੇ ਇਨਵੈਸਟਮੈਂਟ ਨਹੀਂ ਕੀਤੀ ਜਾਂਦੀ। ਇਹ ਕੰਟਰੀਆਂ ਦੀਆਂ ਪਾਲਿਸੀਜ਼ ਵੀ ਹੁੰਦੀਆਂ। ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਾਂ ਉਦਯੋਗਿਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਯੂਐਸ ਦੇ ਨਾਲ, ਉਹਦੇ ਉੱਤੇ ਪ੍ਰਭਾਵ ਪਾਉਣਗੀਆਂ, ਤੇ ਨਹੀਂ ਤੇ ਆਉਣ ਵਾਲੇ ਸਮੇਂ ਦਾ ਜਿਹੜਾ ਇਨਵੈਸਟਮੈਂਟ ਹੈਗੀ ਆ ਉਹ ਤੋਂ ਸਾਨੂੰ ਇਹ ਜਿਹੜੀ ਹੈਗੀ ਰਿਜ਼ਲਟ ਵੀ ਸਾਹਮਣੇ ਆ ਜਾਣਗੇ। ਥੈਂਕ ਯੂ ਕੁਲਵੀਰ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਊਗੀ। ਹਮੇਸ਼ਾ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਨਵੇਂ ਤੋਂ ਨਵੇਂ ਮੁੱਦੇ, ਪੱਖ ਦੇ ਮੁੱਦੇ ਲਿਆ ਕੇ ਉੱਤੇ ਡਿਬੇਟ ਕਰੀਏ, ਡਿਸਕਸ਼ਨ ਕਰੀਏ, ਹਰ ਪੱਖ ਨਾਲ ਤੁਹਾਨੂੰ ਜਾਣੂ ਕਰਾਈਏ। ਮੈਂ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਦੱਸਦਾ ਕਿ ਸਾਡਾ ਪੱਖ ਦੀਆਂ ਖਬਰਾਂ ਦੇ ਸ਼ੋਅ ਦਾ ਟਾਈਮ ਚੇਂਜ ਹੋ ਗਿਆ ਵਾ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 8:30 ਵਜੇ ਟਾਈਮ ਦੇ ਹਿਸਾਬ ਨਾਲ ਤੁਸੀਂ ਸ਼ੋਅ ਨੂੰ ਟੋਰਾਂਟੋ ਦੇ ਟਾਈਮ ਦੇ ਹਿਸਾਬ ਨਾਲ EST ਈਸਟਰਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਤੁਸੀਂ ਸ਼ੋਅ ਨੂੰ ਲਾਈਵ ਦੇਖ ਸਕਦੇ ਜੋ। ਹਰਜੀਤ ਜੀ ਆਪਾਂ ਐਤਵਾਰ ਵੀ ਸ਼ੁਰੂ ਕਰ ਲਿਆ ਜੀ। ਹਾਂਜੀ, ਮੈਂ ਸੰਡੇ ਟੂ ਥਰਸਡੇ ਆਖਿਆ ਵਾ 8:30 ਵਜੇ ਈਸਟਰਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ। ਜੇ ਤੁਹਾਡੇ ਕੋਲ ਸਾਡੇ ਸ਼ੋਅ ਦੇ ਵਾਸਤੇ ਕੋਈ ਸੁਝਾਅ ਨੇ, ਸੁਜੈਸ਼ਨ ਨੇ, ਤੁਸੀਂ ਹੇਠ ਲਿਖੇ ਫੋਨ ਨੰਬਰ, ਈਮੇਲ ਐਡਰੈਸ, WhatsApp ਐਡਰੈਸ ਤੇ ਹਮੇਸ਼ਾ ਹੀ ਸਾਨੂੰ ਰਾਬਤਾ ਕਰ ਸਕਦੇ ਜੋ। ਸਾਨੂੰ ਤੁਹਾਡੇ ਸੁਝਾਵਾਂ ਦੀ ਹਮੇਸ਼ਾ ਹੀ ਲੋੜ ਹੁੰਦੀ ਆ। ਤੁਹਾਡੇ ਸੁਝਾਵਾਂ ਨਾਲ ਹੀ ਸਾਡੇ ਸ਼ੋਅ ਬੈਟਰ ਰੋਜ਼ ਵਧੀਆ ਬਣਦੇ ਨੇ। ਇੱਥੇ ਮੈਨੂੰ, ਕੁਲਵੀਰ ਜੀ ਨੂੰ, ਦਿਲਰਾਜ ਜੀ ਨੂੰ, ਸਬਦੀਸ਼ ਜੀ ਨੂੰ ਦੋ ਇਜਾਜ਼ਤ। ਧੰਨਵਾਦ। ਧੰਨਵਾਦ ਜੀ।